श्री मुखवाक 15वीं शस्त्र तार सेल बाजी पीठ सिंह अचल मेल 16वीं मृग दृष्ट मेल होए शस्त्र पेल 17वीं तव प्रसाद दुख दूर सुख आद। वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जपे ताप गुण सब छपे। ऐसे करण कारण दीन दयाल भगत वत्सल अनाथ नाथ जगत गुरु श्री गुरु ग्रंथ साहिब जी महाराज जी दे पावन पवित्र चरण कमलों च जुड़ बैठी गुरु का खास रूप गुरु खालसा साध संगत जीओ। धनता दे पात्र हो नेता प्रति 9वें पातशाह दे पवित्र दरबार विच हाजरियां भर के आप दे जीवन दियां घड़ियां गुरु लेखे लाउंदियां सफल और सकारथा करदे। साहिबे कमाल पंथ दे वाली चिट्टियां बाजां वाले शमशेरे बहादुर दे गुर तेग के धनी सतगुरु छाए जाती एकता अनेकता बिलाए जाती होवती कुचीलता कतेबन कुरान की। पाप ही प्रपक जाते धर्म तसाक जाते वर्ण गर्क जाते साहित्य विधान की। देवी देव देहोरे संतोख सिंह दूर होते रीत मिट जाती कथा वेदन पुराण की। श्री गुरु गोबिंद सिंह पावन परम सूर मूर्त न होती जो पै करुणा निधान की। ऐसे दीन दयाल भगत वत्सल सतगुरु गरीबां निमाणियां ते बख्शिशां करन वाले न गरीब सिखन को दैहों पातशाही याद करै हमरी गुरियाई। श्री गुरु गोबिंद सिंह साहिब जी महाराज जी का पवित्र पावन इतिहास की चल रही लड़ीवार कथा आप जी बहुत ही अदब सत्कार और श्रद्धा ते भावना सहित सरवण कर रहे। कलगीधर स्वामी जी भाई बिसंबर दास उजैनपुरी नूं अरदासां दी जुगत दस रहे हैं कि किस समय किहड़ी अरदास गुरु चरनां विच करनी है। उन्हां अरदासां दी कुल गिणती 100 साखी दे आधार ते जो भाई संतोख सिंह जी ने इत्थे लिखी है 101 अरदासां हन, जिहदे विचों 7 जन्म समय दियां हन। जन्म तो बाद दियां फिर ਜਿਹੜੇ संस्कार ਹੁੰਦੇ ਨੇ ਉਹਨਾਂ ਦੀਆਂ 7-14 ਅਰਦਾਸਾਂ ਕੱਲ ਆਪਾਂ ਵਿਸਥਾਰ ਸਹਿਤ ਵਿਚਾਰੀਆਂ ਹਨ। ਅੱਜ 15ਵੀਂ ਅਰਦਾਸ ਉਹ ਕਿਹੜੀ ਹੈ ਔਰ ਕਿਸ ਵੇਲੇ ਕਰਨੀ ਹੈ ਉਹ ਕਲਗੀਧਰ स्वामी जी श्री गुरु गोबिंद सिंह साहिब जी महाराज जी दस रहे ने। आओ कुछ समय ਲਈ ਆਪਣੀਆਂ ਸੁਰਤੀਆਂ ਤੇ ਵਿਰਤੀਆਂ ਨੂੰ ਸਾਹਿਬੇ ਕਮਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ ਕਲਗੀਧਰ स्वामी महाराज जी दे पवित्र चरनां दा ध्यान अपने हिरदियां च वसाओ। अपनी रसना नूं पवित्र करो। समूह माई भाई आखो जी सतनाम श्री वाहिगुरु साहिब जी। सतनाम श्री वाहिगुरु
गुरु साहिब जी। श्री मुखवाक 15वीं शस्त्र धार सेल बाजी पीठ सिंह अचल मेल। 15ਵੀਂ ਅਰਦਾਸ ਦੱਸਦੇ ਨੇ ਕਿ ਜਿਸ ਵੇਲੇ ਸਿੱਖ ਦਾ ਬੱਚਾ ਸ਼ਸਤਰਧਾਰੀ ਹੋਵੇ, ਇਹ ਮਰਿਆਦਾ ਸੀ ਗੁਰੂ ਖਾਲਸਾ ਜੀ। ਹੁਣ ਤਾਂ ਸਾਡੀ ਉਮਰ ਲੰਘ ਜਾਂਦੀ, ਅਸੀਂ ਸ਼ਸਤਰ ਨਹੀਂ ਧਾਰਦੇ। ਨਹੀਂ ਤਾਂ ਮਹਾਰਾਜ ਜੀ ਦੇ ਖਾਲਸੇ ਨੂੰ ਵੇਖ ਕੇ ਉਸ ਵੇਲੇ ਦੇ 52 ਕਵੀਆਂ ਚ ਇੱਕ ਕਵੀ ਨੇ ਲਿਖਿਆ ਸੀ ਕਿ ਪਾਗ ਬਾਂਧਵੇ ਕੋ ਸਿੱਖਿਓ ਪਲ ਪਾਛੈ ਕਾਹੂ, ਪਹਿਲੇ ਹੀ ਸਿੱਖਿਓ ਹੈ ਸਿੰਘ ਬਾਂਧਵੇ ਕਿਰਪਾਨੀ ਕੋ। ਕਿ ਜਿਹੜਾ ਸਿੰਘ ਦਾ ਬੱਚਾ ਹੈ ਉਹ ਪੱਗ ਬੰਨਣੀ ਬਾਅਦ ਚ ਸਿੱਖਦਾ, ਪਹਿਲਾਂ ਗਾਤਰੇ ਕਿਰਪਾਨ ਪਾਉਣੀ ਸਿੱਖਦਾ। ਇਹ 52 ਕਵੀਆਂ ਚ ਅੱਗੇ ਆਉਣੇ ਆ, 52 ਕਵੀਆਂ ਦੇ ਜਿਹੜੇ ਪ੍ਰਸੰਗ ਆਉਣੇ ਉਹਦੇ ਵਿੱਚ ਛੰਦ ਆਉਣਗੇ, ਆਪਾਂ ਵਿਚਾਰਾਂਗੇ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਤੈਅ ਹੀ ਕਰਦੇ ਆ ਸਤਿਗੁਰੂ। ਤੂੰ ਸ਼ਸਤਰਧਾਰੀ ਹੋਣਾ ਜਿਸ ਵੇਲੇ, ਸਿੰਘ ਦੇ ਬੱਚੇ ਨੇ ਸ਼ਸਤਰਧਾਰੀ ਹੋ ਕੇ ਸ਼ਸਤਰ ਧਾਰ ਸੇਲ, ਸੇਲ ਦਾ ਮਤਲਬ ਹੁੰਦਾ ਬਰਛੀ, ਵੀ ਹੱਥ 'ਚ ਬਰਛੀ ਪਕੜ ਕੇ ਜਾਂ ਨੇਜਾ ਪਕੜ ਕੇ ਸਿੰਘ ਦਾ ਬੱਚਾ ਜਦੋਂ ਬਾਜੀ ਪੀਠ ਸਿੰਘ ਅਚਲ, ਬਾਜੀ ਦਾ ਮਤਲਬ ਹੁੰਦਾ ਘੋੜਾ, ਵੀ ਜਦੋਂ ਘੋੜੇ ਦੀ ਪਿੱਠ ਤੇ ਬੈਠੇ ਘੋੜ ਸਵਾਰੀ ਕਰਨ ਲੱਗੇ ਸਿੰਘ ਦਾ ਬੱਚਾ। ਅੱਜ ਕੱਲ੍ਹ ਜਿਵੇਂ ਡਰਾਈਵਰੀ ਸਿੱਖਦੇ ਆ, ਕਾਰ ਚਲਾਉਣੀ ਸਿੱਖਦੇ ਆ, ਮੋਟਰਸਾਈਕਲ ਚਲਾਉ, ਪੁਰਾਣੇ ਸਮੇਂ 'ਚ ਤਾਂ ਘੋੜੇ ਹੀ ਸਨ, ਘੋੜ ਸਵਾਰੀ ਹੁੰਦੀ। ਤੇ ਘੋੜ ਸਵਾਰੀ ਤਾਂ ਸਿੰਘ ਹੁਣ ਵੀ ਕਰਦੇ ਆ, ਪੁਰਾਤਨ ਰਵਾਇਤਾਂ ਨਹੀਂ ਖਾਲਸਾ ਤਿਆਗਦਾ। ਖਾਲਸਾ ਸੋ ਜੋ ਚੜ੍ਹੈ ਤੁਰੰਗ, ਘੋੜ ਸਵਾਰੀ ਵੀ ਸਿੰਘ ਰੋਜ਼ ਕਰੇ। ਜਿਸ ਵੇਲੇ ਘੋੜੇ ਦੀ ਪਿੱਠ ਤੇ ਬੈਠੇ ਅਰਦਾਸ ਕਰੇ ਮਹਾਰਾਜ, ਘੋੜੇ ਦੀ ਪਿੱਠ ਤੇ ਅਚਲ ਹੋ ਕੇ ਬੈਠੇ। ਇਹ 15ਵੀਂ ਅਰਦਾਸ ਬਰਛੀ ਪਕੜ ਕੇ ਜਦੋਂ ਇਹ ਨੇਜੇਬਾਜੀ, ਕਿਉਂਕਿ ਘੋੜੇ ਦੀ ਪਿੱਠ ਤੇ ਬਹਿ ਕੇ ਨੇਜੇਬਾਜੀ ਸਿੱਖਦੇ ਨੇ ਸਿੰਘ। ਆ ਹੁਣ ਵੀ ਜਦੋਂ ਜੋੜ ਮੇਲਿਆਂ ਤੇ ਆਪ ਜੀ ਦਰਸ਼ਨ ਕਰਦੇ ਹੋ, ਚਾਹੇ ਹੋਲੇ ਮਹੱਲੇ ਦਾ ਜੋੜ ਮੇਲਾ ਹੋਵੇ ਜਾਂ ਆਉਣ ਵਾਲੇ ਸਮੇਂ 'ਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਹੋਣੇ ਆ, ਉਸ ਦਿਨ ਨਿਹੰਗ ਸਿੰਘ ਮੱਲਾ ਕੱਢਦੇ ਆ। ਤੇ ਮੱਲਾ ਕੱਢਣ ਵੇਲੇ ਨਿਹੰਗ ਸਿੰਘ ਘੋੜ ਦੌੜ ਕਰਦੇ ਆ ਤੇ ਉਹਨਾਂ ਦੇ ਹੱਥਾਂ ਵਿੱਚ ਨੇਜੇ ਹੁੰਦੇ ਤੇ ਕਿੱਲਾ ਗੱਡ ਦਿੰਦੇ ਆ, ਉਹਨੂੰ ਕਿੱਲੇ ਨੂੰ ਪੁੱਟਦੇ ਆ, ਉਹਨੂੰ ਕਹਿੰਦੇ ਨੇਜੇਬਾਜੀ ਕਰਨੀ। ਇਹ ਸ਼ਸਤਰ ਵਿਦਿਆ। ਭਾਈ ਸੰਤੋਖ ਸਿੰਘ ਜੀ ਇੱਥੇ ਦੱਸਦੇ ਆ ਵੀ ਗੁਰੂ ਸਾਹਿਬ ਨੇ ਕਿਹਾ ਵੀ 15ਵੀਂ ਅਰਦਾਸ ਉਸ ਵੇਲੇ ਵੀ ਜਦੋਂ ਪਹਿਲੇ ਦਿਨ ਘੋੜ ਸਵਾਰੀ ਕਰੇ ਸਿੰਘ ਦਾ ਬੱਚਾ ਔਰ ਪਹਿਲੇ ਦਿਨ ਨੇਜਾ ਪਕੜ ਕੇ ਘੋੜੇ ਦੀ ਪਿੱਠ ਤੇ ਬੈਠੇ ਤੇ ਅਰਦਾਸ ਕਰੇ ਮਹਾਰਾਜ, ਇਹ ਸ਼ਸਤਰਧਾਰੀ ਹੋ ਕੇ ਘੋੜੇ ਦੀ ਪਿੱਠ ਤੇ ਬੈਠਾ ਅਚਲ ਹੋ ਕੇ ਬਵੇ, ਯਾਨੀ ਕਿ ਘੋੜੇ ਤੋਂ ਡਿੱਗ ਕੇ ਸੱਟ ਫੇਟ ਨਾ ਖਾਵੇ, ਇਹ ਘੋੜ ਸਵਾਰੀ 'ਚ ਨਿਪੁੰਨ ਹੋਵੇ, ਉਦੋਂ ਇਹ ਅਰਦਾਸ ਕਰੇ। 15ਵੀਂ ਅਰਦਾਸ ਹੈ। 16ਵੀਂ ਹੁਣ 16ਵੀਂ ਅਰਦਾਸ ਦੱਸਦੇ ਹਨ ਮ੍ਰਿਗ ਦੁਸ਼ਟ ਮੇਲ। 16ਵੀਂ ਅਰਦਾਸ ਕਿ ਜਦੋਂ ਕਿਸੇ ਖੂੰਖਾਰ ਜਾਨਵਰ ਦਾ ਮੇਲ ਹੋ ਜਾਏ, ਅਚਾਨਕ ਬਘਿਆੜ ਮਿਲ ਜਾਏ, ਸ਼ਿਕਾਰ ਖੇਡਦਿਆਂ ਕੋਈ ਖੂੰਖਾਰ ਸ਼ੇਰ ਮਿਲ ਜਾਏ, ਯਾਨੀ ਕਿ ਮਾਰਖੋਰਾ ਜਾਨਵਰ ਜਿਸ ਵੇਲੇ ਮਿਲ ਜਾਵੇ, ਹੋਏ ਸ਼ਸਤਰ ਪੇਲ, ਉਸ ਵੇਲੇ ਸ਼ਸਤਰ ਦੇ ਨਾਲ ਉਹਨੂੰ ਮਾਰਨ ਤੋਂ ਪਹਿਲਾਂ ਅਰਦਾਸ ਕਰੇ ਮਹਾਰਾਜ, ਇਸ ਮਾਰਖੋਰੇ ਜਾਨਵਰ ਨੂੰ ਮੈਂ ਮਾਰਨ ਲੱਗਾ, ਤੁਸੀਂ ਮੇਰੀ ਸਹਾਇਤਾ ਕਰਿਓ। ਸ਼ਿਕਾਰ ਖੇਡਣ ਵੇਲੇ, ਸ਼ਿਕਾਰ ਖੇਡਣ ਸਮੇਂ ਜ਼ਰੂਰੀ ਤਾਂ ਨਹੀਂ ਵੀ ਹਿਰਨ ਹੀ ਮਾਰੇ ਜਾਂਦੇ ਆ, ਸ਼ਿਕਾਰ ਖੇਡਦਿਆਂ ਅਚਾਨਕ ਸ਼ੇਰ ਦਾ ਹਮਲਾ ਹੋ ਸਕਦਾ, ਸ਼ਿਕਾਰ ਖੇਡਦਿਆਂ ਅਚਾਨਕ ਕੋਈ ਖੂੰਖਾਰ ਬਘਿਆੜ ਹਮਲਾ ਕਰ ਸਕਦਾ, ਕੋਈ ਚੀਤਾ ਹਮਲਾ ਕਰ ਸਕਦਾ, ਕੋਈ ਜੰਗਲ ਦਾ ਖੂੰਖਾਰ ਜਾਨਵਰ ਹਮਲਾ ਕਰ ਸਕਦਾ। ਤੇ ਉਹ ਹਮਲਾ ਕਰੇ, ਉਹਨੂੰ ਵੀ ਜਦੋਂ ਮਾਰਨਾ ਉਦੋਂ ਪਹਿਲਾਂ ਨਾਲ ਹੀ 2 ਹਰਫਾਂ ਵਿੱਚ ਅਰਦਾਸ ਕਰੇ, ਮਹਾਰਾਜ ਇਸ ਖੂੰਖਾਰ ਜਾਨਵਰ ਨੂੰ ਮਾਰਨ ਲੱਗਾ, ਮੇਰੀ ਸਹਾਇਤਾ ਕਰਿਓ, ਮੇਰੀ ਮਦਦ ਕਰਿਓ। ਇਹ ਉਦੋਂ ਵੀ ਅਰਦਾਸ ਹੈ। 16ਵੀਂ ਅਰਦਾਸ
ਜਦੋਂ ਕਿਸੇ ਖੂੰਖਾਰ ਜਾਨਵਰ ਦਾ ਟਾਕਰਾ ਕਰਨਾ ਹੋਵੇ, ਅਚਾਨਕ ਮੁਕਾਬਲਾ ਹੋ ਜਾਏ, ਮਹਾਰਾਜ ਰੱਖਿਆ ਕਰਿਓ। ਤੇ ਫਿਰ ਸ਼ਸਤਰ ਪਕੜ ਕੇ ਉਹਨੂੰ, ਪੇਲ ਦਾ ਮਤਲਬ ਹੁੰਦਾ ਵੀ ਉਹਨੂੰ ਮਾਰਨਾ, ਹੋਏ ਸ਼ਸਤਰ ਪੇਲ, ਸ਼ਸਤਰ ਧਾਰਨ ਕਰਕੇ ਫਿਰ ਉਹਨੂੰ ਪੇਲਣਾ, ਉਹਨੂੰ ਮਾਰਨਾ ਹੈ। 17ਵੀਂ ਹੁਣ 17ਵੀਂ ਅਰਜੋਈ ਦੱਸਦੇ ਹਨ, ਤਵ ਪ੍ਰਸਾਦ ਦੁਖ ਦੂਰ ਸੁਖ ਆਦ। ਜਦੋਂ ਪ੍ਰਸ਼ਾਦਾ ਛਕਣ ਬੈਠੇ, ਜਦੋਂ ਪ੍ਰਸ਼ਾਦੇ ਦਾ ਥਾਲ ਅੱਗੇ ਆ ਜਾਏ ਤੇ ਉਸ ਵੇਲੇ ਆਖੇ ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੇ ਪ੍ਰਸਾਦ ਨਾਲ, ਤੁਹਾਡੀ ਕਿਰਪਾ ਨਾਲ ਇਹ ਭੋਜਨ ਛਕਣ ਲੱਗਾ, ਇਹ ਸਰੀਰ ਦਾ ਦੁੱਖ ਨਾਸ ਕਰੇ ਔਰ ਇਸ ਭੋਜਨ ਦੇ ਨਾਲ ਸਰੀਰ ਵਿੱਚ ਸੁੱਖ ਵਰਤੇ। ਪ੍ਰਸ਼ਾਦੇ ਦੇ ਥਾਲ ਤੋਂ ਪਹਿਲਾਂ ਵੀ ਸਿੰਘ ਸ਼ਬਦ ਪੜ੍ਹਦੇ ਆ ਨਾ, ਉਦੋਂ ਇਹ ਸ਼ਲੋਕ ਪੜ੍ਹ ਲੈਂਦੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗ ਭੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੈ ਗੁਰਦੇਵ ਕਿਰਪਾ ਕਰੋ। ਤਵ ਪ੍ਰਸਾਦ, ਤਵ ਪ੍ਰਸਾਦ ਕਹਤੇ ਮੁਖ ਪਾਵੈ। ਸਿੰਘ ਜਦੋਂ ਭੋਜਨ ਦੀ ਗਰਾਹੀ ਤੋੜ ਕੇ ਮੁਖ ਵਿੱਚ ਪਾਉਣ ਲੱਗਦਾ ਤਾਂ ਪਹਿਲਾਂ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਇਹ ਭੋਜਨ ਛਕਣ ਲੱਗਾ। ਬਹੁਤ ਸਾਰੇ ਸਿੰਘਾਂ ਦਾ ਨੇਮ ਹੈ, ਉਹਨਾਂ ਨੇ ਜਦੋਂ ਪ੍ਰਸ਼ਾਦੇ ਦਾ ਥਾਲ ਆਉਣਾ ਇਹ ਸ਼ਲੋਕ ਪੜ੍ਹਨਾ ਜਾਂ ਇਹ ਸਵਈਆ ਪੜ੍ਹਨਾ, ਦੀਨਨ ਕੀ ਪ੍ਰਤਪਾਲ ਕਰ ਨਿਤ ਸੰਤ ਉਭਾਰ ਗਨੀ ਮਨ ਗਾਰੈ, ਪਚ ਪਸ਼ੂ ਡਗ ਨਾਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇ ਖਾਹੇ। ਉਦੋਂ ਸੇਗੇ ਸ਼ਬਦ ਪੜ੍ਹ ਲੈਂਦੇ। ਜਾਂ ਮਹਾਰਾਜ ਤਵ ਪ੍ਰਸਾਦ ਭਰਮ, ਕਈ ਵਾਰੀ ਇਹੋ ਜਿਹੇ ਸਮੇਂ ਦੇ ਵਿੱਚ ਵੀ ਪ੍ਰਸ਼ਾਦਾ ਛਕਣਾ ਪੈਂਦਾ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਨਿਕਲੇ ਐ ਮਾਛੀਵਾੜਿਓਂ, ਤੇ ਰਸਤੇ ਵਿੱਚ ਕੁਝ ਮੁਸਲਮਾਨਾਂ ਨੇ ਆਖਿਆ ਜੀ ਅਸੀਂ ਤੁਹਾਨੂੰ ਭੋਜਨ ਛਕਾਉਣਾ। ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਹੋਣੀ ਉਹ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਵੀ ਤੁਸੀਂ ਤਾਂ ਕਹਿ ਦਿੱਤਾ ਵੀ ਸਾਡੇ ਤਾਂ ਰੋਜੇ ਨੇ ਉੱਚ ਦੇ ਪੀਰਾਂ ਦੇ, ਆਪ ਤਾਂ ਤੁਸੀਂ ਛਕਣਾ ਨਹੀਂ, ਹੁਣ ਸਾਨੂੰ ਤਾਂ ਛਕਣਾ ਪੈਣਾ। ਮਹਾਰਾਜ ਜੀ ਕਹਿੰਦੇ ਵੀ ਜਦੋਂ ਛਕੋਗੇ ਨਾ ਤਾਂ ਪ੍ਰਸਾਦ ਕਹਿ ਕੇ ਕਿਰਪਾਨ ਭੇਟ ਕਰਕੇ ਛਕ ਲਿਓ, ਕਿਰਪਾਨ ਭੇਟ ਕਰਿਓ, ਤਵ ਪ੍ਰਸਾਦ ਕਹਿ ਕੇ ਛਕ ਲਿਓ। ਜਦੋਂ ਪ੍ਰਸ਼ਾਦਾ ਆਇਆ ਸਿੰਘਾਂ ਨੇ ਕਿਰਪਾਨ ਭੇਟ ਕੀਤੀ, ਉਹ ਕਹਿੰਦੇ ਆ ਕੀ ਕਹਿੰਦੇ ਜੀ, ਇਹ ਸਾਡੇ ਉੱਚ ਦੇ ਪੀਰਾਂ ਦੀ ਮਰਿਆਦਾ ਹੈ ਵੀ ਅਸੀਂ ਜਦੋਂ ਭੋਜਨ ਛਕਦੇ ਆ ਕਿਰਪਾਨ ਭੇਟ ਕਰਕੇ ਤਵ ਪ੍ਰਸਾਦ ਕਹਿ ਕੇ ਭੋਜਨ ਛਕ ਲਿਆ। ਮਹਾਰਾਜ ਜੀ ਨੇ ਕਿਹਾ ਸੀ ਵੀ ਥੋੜਾ ਜਿਹਾ ਪੱਲੇ ਬੰਨ ਲਿਆਇਓ ਜੇ ਨਾਲ ਉੱਥੋਂ ਪ੍ਰਸ਼ਾਦੇ ਵਿੱਚੋਂ, ਜਿੱਥੇ ਉਹ ਕਿਰਪਾਨ ਭੇਟ ਕੀਤੀ ਸਿੰਘਾਂ ਨੇ ਪ੍ਰਸ਼ਾਦਾ ਛਕਿਆ, ਉੱਥੇ ਅੱਜ ਕੱਲ ਮਾਛੀਵਾੜਾ ਸਾਹਿਬ ਦੇ ਨੇੜੇ ਹੀ ਉਹ ਅਸਥਾਨ ਦਾ ਨਾਮ ਹੈ ਗੁਰਦੁਆਰਾ ਕਿਰਪਾਨ ਭੇਟ ਸਾਹਿਬ, ਉੱਥੇ ਇਤਿਹਾਸਕ ਅਸਥਾਨ ਹੈ। ਪ੍ਰਸ਼ਾਦਾ ਥੋੜਾ ਜਿਹਾ ਬੰਨ ਕੇ ਸਿੰਘ ਲੈ ਆਏ, ਕਿਉਂਕਿ ਮਨ 'ਚ ਕਿਤੇ ਵਹਿਮ ਪੈ ਗਿਆ ਵੀ ਤੁਰਕਾਂ ਦੇ ਹੱਥਾਂ ਦਾ ਭੋਜਨ ਛਕਣ ਲੱਗੇ ਆ। ਜਦੋਂ ਆਏ ਮਹਾਰਾਜ ਜੀ ਰਸਤੇ ਵਿੱਚ ਕਹਿੰਦੇ ਵੀ ਖੋਲੋ, ਜਦੋਂ ਖੋਲਿਆ ਨਾ ਤੇ ਉਹਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਹੋਈ। ਮਹਾਰਾਜ ਜੀ ਕਹਿੰਦੇ ਸਿੰਘੋ ਜਦੋਂ ਤੁਸੀਂ ਤਵ ਪ੍ਰਸਾਦ ਕਿਹਾ ਉਦੋਂ ਤੁਸੀਂ ਆਹ ਛਕਿਆ, ਹੁਣ ਇਸ ਕਰਕੇ ਮਨ ਚੋਂ ਤੁਸੀਂ ਵਹਿਮ ਕੱਢ ਦਿਓ ਕਿ ਤੁਸੀਂ ਤੁਰਕਾਂ ਦਾ ਭੋਜਨ ਛਕਿਆ, ਉਦੋਂ ਗੁਰੂ ਕਾ ਪ੍ਰਸ਼ਾਦ ਹੋ ਗਿਆ ਜਦੋਂ ਕਿਰਪਾਨ ਭੇਟ ਕਰ ਦਿੱਤੀ। ਵੀ ਕਈ ਵਾਰੀ ਇਹੋ ਜਿਹਾ ਸਬੱਬ ਬਣ ਜਾਂਦਾ, ਛਕਣਾ ਪੈ ਜਾਂਦਾ, ਕਿਤੇ ਯਾਤਰਾ ਦੇ ਦੌਰਾਨ ਕਿਤੇ ਬਾਹਰ ਗਿਆ ਵੀ ਕਈ ਵਾਰੀ ਉਹ ਭੋਜਨ ਉਸ ਮਰਿਆਦਾ ਨਾਲ ਨਹੀਂ ਬਣਿਆ ਹੁੰਦਾ, ਉਸ ਵੇਲੇ ਫਿਰ ਤਵ ਪ੍ਰਸਾਦ ਕਹਿ ਕੇ ਭੋਜਨ ਛਕਣਾ, ਮੁੱਖ ਵਿੱਚ ਪਾਉਣਾ, ਫਿਰ ਉਹਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਕਲਾ ਹੈ ਉਹ ਵਰਤਦੀ ਹੈ। ਇਹ ਅਰਦਾਸ ਹੈ। 18ਵੀਂ ਹੁਣ 18ਵੀਂ ਅਰਦਾਸ ਦੱਸਦੇ ਨੇ, ਆਗਿਆ ਕਾ ਸੰਜੋਗ ਵਧੇ ਕਾਇਆ ਘਟੇ ਰੋਗ। 18ਵੀਂ ਅਰਦਾਸ ਇਹ ਕਰਨੀ ਹੈ, ਇਹ ਉਦੋਂ ਕਰਨੀ ਹੈ 18ਵੀਂ। ਇਹ ਕਦੋਂ ਕਰਨੀ ਹੈ, ਕਿਹੜੇ ਸਮੇਂ? ਜਦੋਂ ਸਰੀਰ ਨੂੰ ਕੋਈ ਰੋਗ ਲੱਗ ਜਾਏ, ਸਰੀਰ ਨੂੰ ਕੋਈ ਬਿਮਾਰੀ ਲੱਗ ਜਾਏ, ਕੋਈ ਰੋਗ ਲੱਗ ਜਾਏ,
ਤਾਂ ਉਦੋਂ ਆਖੇ, ਹੇ ਵਾਹਿਗੁਰੂ ਤੇਰੀ ਆਗਿਆ ਨਾਲ ਇਸ ਬਿਮਾਰੀ ਦਾ ਸੰਜੋਗ ਹੋਇਆ, ਤੁਹਾਡੇ ਹੁਕਮ ਵਿੱਚ ਹੀ ਹੈ, ਤੁਹਾਡੇ ਭਾਣੇ ਵਿੱਚ ਹੈ। ਪਹਿਲਾਂ ਤਾਂ ਇਹ ਕਹੇ ਮਹਾਰਾਜ ਤੁਹਾਡਾ ਭਾਣਾ, ਤੁਹਾਡੇ ਹੁਕਮ ਦੇ ਨਾਲ ਇਹ ਕਾਇਆ ਤੇ ਰੋਗ ਆਇਆ, ਹੁਣ ਕਿਰਪਾ ਕਰੋ ਵਧੈ ਕਾਇਆ ਘਟੈ ਰੋਗ। ਮਹਾਰਾਜ ਇਹ ਕਿਰਪਾ ਕਰੋ। ਇਹ ਉਸ ਵੇਲੇ ਕਰੇ 18ਵੀਂ ਅਰਦਾਸ ਜਦੋਂ ਸਰੀਰ ਤੇ ਰੋਗ ਆਵੇ। ਪਹਿਲਾਂ ਤਾਂ ਇਹ ਆਖੇ ਮਹਾਰਾਜ ਤੁਹਾਡਾ ਹੁਕਮ ਹੈ, ਫਿਰ ਨਾਲ ਇਹ ਬਚਨ ਬੇਨਤੀ ਕਰੇ ਕਿ ਮਹਾਰਾਜ ਕਾਇਆ 'ਚ ਵਾਧਾ ਪਾਇਓ, ਇਹ ਜਿਹੜਾ ਰੋਗ ਲੱਗਾ ਇਹ ਘਟਦਾ ਘਟਦਾ ਘਟ ਕੇ ਖਤਮ ਹੋ ਜਾਏ। ਆ ਤਾਂ ਗਿਆ ਮੇਰੇ ਕਰਮ ਨੇ, ਜਿਹੜਾ ਰੋਗ ਵੀ ਲੱਗਦਾ ਸਾਡੇ ਸਰੀਰ ਨੂੰ ਸਾਡੇ ਕਰਮਾਂ ਦਾ ਫਲ ਹੈ। ਉਹ ਤਾਂ ਸਾਹਿਬ ਦਾ ਹੁਕਮ ਵਰਤਣਾ, ਜੈਸਾ ਬੀਜ ਬੀਜਿਆ ਉਹ। ਸਾਡਾ ਜਿਹੜਾ ਮਨ ਹੈ ਨਾ ਖਾਲਸਾ ਜੀ, ਇਹੋ ਜੀ ਜ਼ਮੀਨ ਹੈ, ਇਹੋ ਜੀ ਵਧੀਆ ਜ਼ਮੀਨ ਹੈ ਵੀ ਇਹਦੇ 'ਚ ਜੋ ਬੀਜਣਾ ਉਹ ਉਗ ਕੇ ਰਹੇਗਾ ਹੀ ਰਹੇਗਾ। ਐਸਾ ਨਹੀਂ ਵੀ ਨਹੀਂ ਉਗਣਾ, ਜੋ ਬੀਜੋਗੇ ਉਗਣਾ ਹੀ ਉਗਣਾ। ਆ ਬਾਹਰੀ ਜ਼ਮੀਨੀ 'ਚ ਕਈ ਵਾਰੀ ਬੀਜ ਨਹੀਂ ਵੀ ਉਗਦਾ ਪਾਇਆ ਹੋਵੇ, ਇੱਥੇ ਜੋ ਬੀਜਿਆ ਉਗਣਾ ਹੀ ਉਗਣਾ। ਨਫ਼ਰਤ ਬੀਜੀ ਨਫ਼ਰਤ ਉਗਣੀ ਹੈ, ਪਿਆਰ ਬੀਜਿਆ ਪਿਆਰ ਉਗਣਾ, ਵਿਕਾਰ ਬੀਜੇ ਨੇ ਵਿਕਾਰ ਉਗਣੇ ਨੇ, ਸ਼ੁਭ ਗੁਣ ਬੀਜੇ ਨੇ ਸ਼ੁਭ ਗੁਣ ਉਗਣੇ ਨੇ। ਤੋ ਜਿਹੋ ਜੇ ਕਰਮ ਕੀਤੇ ਆ ਉਹਦਾ ਫਲ ਮਿਲਣਾ। ਜੇ ਸਰੀਰ ਨੂੰ ਵੀ ਕੋਈ ਰੋਗ ਵਿਆਪਦਾ ਤਾਂ ਉਹ ਸਾਡੇ ਹੀ ਕੀਤੇ ਕਰਮਾਂ ਦਾ ਫਲ ਹੈ। ਤੇ ਫਿਰ ਇਹ ਵਾਹਿਗੁਰੂ ਮੇਰੇ ਕਰਮਾਂ ਦਾ ਫਲ ਤੁਸੀਂ ਭੁਗਤਾ ਦਿਓ, ਇਹ ਕਾਇਆ ਵਧੇ ਤੇ ਜਿਹੜਾ ਰੋਗ ਹੈ ਇਹ ਘਟ ਜਾਵੇ। ਇਹ ਅਰਦਾਸ ਕਰੇ। 19ਵੀਂ ਹੁਣ 19ਵੀਂ ਅਰਦਾਸ ਕਿਹੜੇ ਵੇਲੇ ਕਰਨੀ ਉਹ ਦੱਸਦੇ ਹਨ। ਮਿਲੇ ਮੰਤ ਸਤਿਗੁਰ ਮਹੰਤ। ਜਿਸ ਵੇਲੇ ਕੋਈ ਇਹੋ ਜਿਹੀ ਸਮੱਸਿਆ ਹੋਵੇ ਵੀ ਕੋਈ ਸਲਾਹ ਨਾ ਸੁਝਦੀ ਹੋਵੇ, ਸਮਝ ਨਾ ਆਉਂਦਾ ਹੋਵੇ ਮਹਾਰਾਜ ਕੀ ਕਰੀਏ। ਕਈ ਵਾਰੀ ਜੀਵਨ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਵੀ ਜਦੋਂ ਕੁਝ ਸਮਝ ਨਹੀਂ ਆਉਂਦੀ ਵੀ ਕੀ ਸਲਾਹ, ਕੋਈ ਸਲਾਹ ਦੇਵੇ ਇਸ ਕੰਮ ਨੂੰ ਕਿਵੇਂ ਕੀਤਾ ਜਾਏ, ਤਾਂ ਉਸ ਵੇਲੇ ਗੁਰੂ ਅੱਗੇ ਅਰਦਾਸ ਕਰੇ, ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਖੁਦ ਸਾਨੂੰ ਸਲਾਹ ਬਖਸ਼ੋ, ਮਸ਼ਵਰਾ ਬਖਸ਼ੋ, ਅਸੀਂ ਕੀ ਕਰੀਏ, ਸਾਡਾ ਮਾਰਗਦਰਸ਼ਨ ਤੁਸੀਂ ਕਰੋ। ਸਾਨੂੰ ਨਹੀਂ ਪਿਆ ਕੁਝ ਸੁਝਦਾ, ਕੀ ਕਰੀਏ ਕੀ ਨਾ ਕਰੀਏ। ਉਸ ਵੇਲੇ ਅਰਦਾਸ ਕਰੇ। ਇਹ 19ਵੀਂ ਅਰਦਾਸ ਦੱਸਦੇ ਆ। ਜਦੋਂ ਸਲਾਹ ਦੀ ਲੋੜ ਪਵੇ, ਜਦੋਂ ਦੁਨਿਆਵੀ ਬੰਦਿਆਂ ਦੀਆਂ ਸਲਾਹਾਂ ਸਾਨੂੰ ਫੋਕੀਆਂ ਪ੍ਰਤੀਤ ਹੋਣ ਵੀ ਇਹ ਤਾਂ ਹਵਾ ਦੀਆਂ ਗੱਲਾਂ ਨੇ, ਉਦੋਂ ਗੁਰੂ ਅੱਗੇ ਅਰਦਾਸ ਕਰਕੇ ਕਿ ਮਹਾਰਾਜ ਆਪ ਜੀ ਖੁਦ ਕਿਰਪਾ ਕਰਕੇ ਸਾਨੂੰ ਫੁਰਨਾ ਬਖਸ਼ੋ, ਸਲਾਹ ਬਖਸ਼ੋ, ਆਪਣਾ ਮੰਤਰ ਦਿਓ ਜਿਹਦੇ ਨਾਲ ਅਸੀਂ ਆਪਣੇ ਜੀਵਨ ਦੀ ਇਸ ਸਮੱਸਿਆ ਨੂੰ ਸੁਧਾਰ ਸਕੀਏ। ਗੁਰੂ ਨੂੰ ਸਲਾਹਕਾਰ ਬਣਾਉਣਾ ਆਪਣਾ, ਸਤਿਗੁਰਾਂ ਨੂੰ। ਔਰ ਬਹੁਤ ਗੁਰਸਿੱਖ ਜਦੋਂ ਗੁਰੂ ਨੂੰ ਸਲਾਹਕਾਰ ਬਣਾ ਕੇ ਅਰਦਾਸ ਕਰਕੇ ਹੁਕਮਨਾਮਾ ਲੈਂਦੇ ਆ, ਉਸ ਹੁਕਮਨਾਮੇ ਤੋਂ ਅੰਦਾਜ਼ਾ ਲਾ ਲੈਂਦੇ ਆ ਵੀ ਗੁਰੂ ਸਾਹਿਬ ਨੇ ਕੀ ਸਲਾਹ ਦਿੱਤੀ ਹੈ, ਕੀ ਆਗਿਆ ਦਿੱਤੀ ਹੈ। ਉਦੋਂ ਫੈਸਲੇ ਜਦੋਂ ਕਰਨੇ ਸਨ ਤੇ ਫਿਰ ਪਰਚੀਆਂ ਵੀ ਪਾ ਲੈਂਦੇ ਸਿੰਘ। ਬੰਦਈਆਂ ਤੇ ਤਤ ਖਾਲਸੇ ਦਾ ਰੌਲਾ ਪਿਆ। ਭਾਈ ਮਨੀ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦੀ ਸਲਾਹ ਲੈ ਲਈਏ। ਉਹ ਕੀ ਕਹਿੰਦੇ ਆ? ਕਹਿੰਦੇ ਪਰਚੀਆਂ ਪਾਓ। ਹਰ ਕੀ ਪੌੜੀ ਤੇ ਪਰਚੀਆਂ ਪਾਈਆਂ, ਮਹਾਰਾਜ ਜੀ ਨੇ ਫੈਸਲਾ ਦੇ ਦਿੱਤਾ। ਯਾਨੀ ਕਿ ਜਦੋਂ ਇਹੋ ਜੀ ਸਮੱਸਿਆ ਬਣ ਜਾਏ ਫਿਰ ਉਦੋਂ ਗੁਰੂ ਸਾਹਿਬ ਨੂੰ ਬੇਨਤੀ ਕਰੇ ਕਿ ਸਤਿਗੁਰੂ ਤੁਸੀਂ ਕਿਰਪਾ ਕਰਕੇ ਮੱਤ ਦਿਓ, ਤੁਸੀਂ ਕਿਰਪਾ ਕਰਕੇ ਸਲਾਹ ਬਖਸ਼ੋ। ਮੰਤ ਦਾ ਮਤਲਬ ਹੁੰਦਾ ਮੰਤਰ ਦਿਓ, ਸਲਾਹ ਦਿਓ। ਮਹਾਰਾਜ ਤੁਸੀਂ ਆਪ ਸਾਡੇ ਸਲਾਹਕਾਰ ਬਣੋ, ਮਸ਼ਵਰਾਕਾਰ ਬਣੋ। ਤੁਹਾਡੇ ਤੋਂ ਵੱਡਾ, ਮਹੰਤ ਦਾ ਮਤਲਬ ਹੁੰਦਾ ਵੱਡਾ, ਵੱਡਾ ਕੋਈ ਦੂਜਾ ਸਲਾਹਕਾਰ ਨਹੀਂ ਹੈ। ਹਾਂਜੀ। 20ਵੀਂ ਇੱਕ ਪੰਕਤੀ ਮਹਾਰਾਜ ਜੀ ਦੀ ਬਾਣੀ ਦੀ ਚੇਤੇ ਆਉਂਦੀ ਜਦੋਂ ਸਾਹਿਬ ਦੀ ਸਲਾਹਕਾਰ ਦੀ ਬਾਤ। ਹਰ ਨਾਵੈ ਨਾਲ ਮਸਲਤ, ਹਰ ਨਾਵੈ ਨਾਲ ਗੱਲਾਂ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਵੈ ਨਾਲ ਗੱਲਾਂ, ਹਰ ਨਾਵੈ ਨਾਲ ਮਸਲਤ। ਮੇਰੀ ਸਲਾਹ ਵੀ ਹਰੀ ਦੇ ਨਾਮ ਨਾਲ ਹੀ ਹੈ, ਯਾਨੀ ਕਿ ਸਾਹਿਬ ਕੋਲੋਂ ਸਲਾਹ ਲੈਣੀ ਹੈ। ਮਸਲਤ ਸਲਾਹ। ਦੁਨੀਆ ਵਿੱਚ ਤਾਂ ਇਹੋ ਜਿਹੇ ਵੀ ਨੇ ਸਲਾਹਾਂ ਦੇਣ ਵਾਲੇ, ਉਹ ਕਹਿੰਦੇ ਅਸੀਂ ਡੁੱਬੇ ਆ, ਤੂੰ ਕਿਉਂ ਤਰਿਆ ਫਿਰਦਾ, ਆ ਜਾ। ਸਲਾਹ ਵੀ ਇਹੋ ਜਿਹੇ ਢੰਗ ਨਾਲ ਦੇਣਗੇ ਵੀ ਅਗਲੇ ਦਾ ਰਹੇ ਨਾ ਕੱਖ।
ਮਾੜੀ ਸਲਾਹ ਜਾਣ ਬੁੱਝ ਕੇ ਦੇ। ਦੁਨੀਆ ਵਿੱਚ ਉਸ ਬੰਦੇ ਤੋਂ ਮਾੜਾ ਬੰਦਾ ਕੋਈ ਨਹੀਂ ਕਿ ਕੋਈ ਭਰੋਸਾ ਰੱਖ ਕੇ ਉਹਦੇ ਕੋਲੋਂ ਸਲਾਹ ਲੈਣ ਆਵੇ ਤੇ ਆਪਣਾ ਵੈਰ ਤੇ ਦਵੈਸ਼ ਕੱਢਣ ਲਈ ਉਹਨੂੰ ਮਾੜੀ ਸਲਾਹ ਦੇਵੇ। ਇਹੋ ਜਿਹੇ ਬੰਦੇ ਵਰਗਾ ਮਾੜਾ ਬੰਦਾ ਦੁਨੀਆ 'ਚ ਨਹੀਂ ਕੋਈ ਹੋ ਸਕਦਾ ਕਿਸੇ ਨੂੰ ਮਾੜੀ ਸਲਾਹ ਦੇਣੀ। ਜੇ ਚੰਗੀ ਸਲਾਹ ਨਹੀਂ ਓੜਦੀ ਤੇ ਫਿਰ ਮਾੜੀ ਦੇਣ ਦਾ ਵੀ ਸਾਨੂੰ ਹੱਕ ਨਹੀਂ ਹੈ। ਇਸ ਕਰਕੇ ਗੁਰੂ ਨੂੰ ਹੀ ਸਲਾਹਕਾਰ ਬਣਾਈਏ। ਇਹ ਅਰਦਾਸ ਕਰੋ, ਮਹਾਰਾਜ ਜੀ ਤੁਸੀਂ ਸਾਡੇ ਸਲਾਹਕਾਰ ਹੋਵੋ, ਸਾਨੂੰ ਸਲਾਹ ਦਿਓ। ਸਾਨੂੰ ਨਹੀਂ ਪਤਾ ਅਸੀਂ ਕੀ ਕਰਨਾ, ਕਿਜ ਨਾ ਸੁਝਾ ਕਿਜ ਨਾ ਬੁੱਝਾ। ਸਾਨੂੰ ਨਹੀਂ ਨਾ ਕੁਝ ਸੁਝਦਾ ਨਾ ਬੁੱਝਦਾ। ਤੁਹਾਡੇ ਚਰਨਾਂ 'ਚ ਸਾਡੀ ਅਰਦਾਸ ਹੈ, ਤੁਸੀਂ ਸਾਡੇ ਵੱਡੇ ਮਹੰਤ ਸਲਾਹਕਾਰ ਹੋਵੋ। 20ਵੀਂ ਅਰਦਾਸ ਦੱਸਦੇ ਨੇ, ਹੋਏ ਕਾਜ ਪੂਰ ਸਤਿਗੁਰ ਹਜ਼ੂਰ। ਜਦੋਂ ਕੋਈ ਕਾਰਜ ਪੂਰਾ ਕਰਨ ਦੀ ਅਰਦਾਸ ਕਰਨੀ ਹੈ, ਕਿਸੇ ਕਾਰਜ ਦੀ ਪੂਰਨਤਾ ਲਈ, ਉਦੋਂ ਅਰਦਾਸ ਜਿਹੜੀ 20ਵੀਂ ਅਰਦਾਸ ਕਿਸ ਵੇਲੇ ਕਰਨੀ ਹੈ? ਜਦੋਂ ਕੋਈ ਕੰਮ ਸ਼ੁਰੂ ਕਰਨਾ ਉਹਦੇ ਤੋਂ ਪਹਿਲਾਂ ਮਹਾਰਾਜ ਜੀ ਨੂੰ ਅਰਦਾਸ ਕਰਨੀ, ਮਹਾਰਾਜ ਮੇਰਾ ਇਹ ਕਾਰਜ ਪੂਰਾ ਕਰਿਓ। ਨਾਲ ਪੜੇ ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਦਇਆ ਕਰੋ ਇਹ ਕਾਰਜ ਪੂਰਾ ਹੋਵੇ। ਕੋਈ ਵੀ ਕਾਰਜ ਸ਼ੁਰੂ ਕਰੇ ਉਸ ਦੇ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਮਹਾਰਾਜ ਜੀ ਅੱਗੇ ਅਰਜ਼ੋਈ ਅਰਦਾਸ ਕਰੇ। ਹਾਂਜੀ 21ਵੀਂ ਹੁਣ 21ਵੀਂ ਅਰਦਾਸ ਦੱਸਦੇ ਨੇ, ਗੁਰ ਮੇਲੀ ਦਾਸੀ ਪਾਈਏ ਸੁਖ ਪਰਗਾਸੀ। 21ਵੀਂ ਅਰਦਾਸ ਦੱਸਦੇ ਨੇ ਕਿ ਜਦੋਂ ਧੀ ਪੁੱਤ ਵਾਸਤੇ ਰਿਸ਼ਤੇ ਦੀ ਭਾਲ ਕਰਨੀ ਆਰੰਭ ਕਰਨੀ, ਧੀ ਪੁੱਤ ਵਾਸਤੇ ਵਰ ਲੱਭਣਾ, ਧੀ ਵਾਸਤੇ ਵਰ ਲੱਭਣਾ, ਪੁੱਤ ਵਾਸਤੇ ਵਹੁਟੀ ਲੱਭਣੀ ਹੈ, ਤਾਂ ਉਸ ਵੇਲੇ ਪਹਿਲਾਂ ਅਰਦਾਸ ਕਰੇ, ਮਹਾਰਾਜ ਜਿਹੜਾ ਜੀਵਨ ਸਾਥੀ ਸਾਡੇ ਬੱਚੇ ਬੱਚੀ ਨੂੰ ਬਖਸ਼ਣਾ, ਕਿਰਪਾ ਕਰਿਓ ਤੁਹਾਡੀ ਭੈ ਭਾਵਨੀ ਵਿੱਚ ਹੋਵੇ। ਉਦੋਂ ਵੀ ਅਰਦਾਸ ਕਰਕੇ ਸ਼ੁਰੂਆਤ ਕਰਨੀ, ਅਰਜ਼ੋਈ ਕਰਕੇ, ਤਾਂ ਜੋ ਉਹਨਾਂ ਦਾ ਆਪਸੀ ਪ੍ਰੇਮ ਭਾਵ ਜਿਹੜਾ ਉਹ ਬਣੇ। ਮਹਾਰਾਜ ਸੰਜੋਗ ਹੀ ਉਹ ਜੋੜਿਓ ਜਿਹਦੇ 'ਚ ਭਲਾ ਹੋਵੇ। ਕਿਸੇ ਵੀ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਕਹਿੰਦੇ ਉਦੋਂ ਆਹ ਅਰਦਾਸ, ਗੁਰ ਮੇਲੀ ਦਾਸੀ। ਮਹਾਰਾਜ ਜੇ ਸਾਡੇ ਪੁੱਤਰ ਨੂੰ ਦਾਸੀ ਦੇਣੀ ਹੈ, ਭਾਵ ਅਰਧਾਂਗਣੀ ਬਖਸ਼ਣੀ ਹੈ, ਤਾਂ ਮੇਲ ਬਿਰਤੀ ਵਾਲੀ। ਜੇ ਧੀ ਨੂੰ ਵਰ ਬਖਸ਼ਣਾ ਤੇ ਮੇਲ ਬਿਰਤੀ ਵਾਲੀ, ਕਿ ਉਹਨਾਂ ਦੀਆਂ ਸੁਰਤੀਆਂ ਮਿਲ ਜਾਣ, ਉਹਨਾਂ ਦੇ ਖਿਆਲ ਮਿਲਣ। ਇਹ ਅਰਦਾਸ ਉਸ ਵੇਲੇ ਗੁਰੂ ਸਾਹਿਬ ਦੇ ਚਰਨਾਂ 'ਚ ਕਰਨੀ ਹੈ। ਇਹ 21ਵੀਂ ਅਰਦਾਸ ਦੱਸਦੇ ਹਨ। 22ਵੀਂ ਹੁਣ 22ਵੀਂ ਅਰਦਾਸ ਦੱਸਦੇ ਨੇ, ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ। 22ਵੀਂ ਅਰਦਾਸ ਉਸ ਵੇਲੇ ਕਿ ਅਚਾਨਕ ਕਿਤੇ ਮਨ ਦੀ ਸ਼ਰਧਾ ਡਾਵਾਂ ਡੋਲ ਹੋਣ ਲੱਗੇ, ਤਾਂ ਮਹਾਰਾਜ ਜੀ ਅੱਗੇ ਅਰਦਾਸ ਕਰੇ, ਮੇਰੇ ਸਿਦਕ ਦੇ ਤੁਸੀਂ ਰਾਖੇ ਬਣੋ। ਮਹਾਰਾਜ ਮੇਰਾ ਸਿਦਕ ਨਾ ਡੋਲੇ, ਮੇਰਾ ਸਿਦਕ ਨਾ ਡੋਲੇ। ਮਹਾਰਾਜ ਮੇਰੀ ਜਿਹੜੀ ਭਗਤੀ ਆ ਉਹ ਪੂਰੀ ਕਰ ਦਿਓ, ਜੋ ਮੇਰੀ ਭਗਤੀ ਆ ਉਹ ਪੂਰਨ ਹੋਵੇ। ਮੇਰੇ ਸਿਦਕ ਦਾ ਰਾਖਾ ਆਪ ਹੋਵੀ ਮੇਰੇ ਸੁਆਮੀ। ਮੈਨੂੰ ਨਹੀਂ ਪਤਾ ਮੈਂ ਆਪਣਾ ਸਿਦਕ ਕਿਵੇਂ ਰੱਖਣਾ, ਮੇਰੇ ਸਿਦਕ ਦੇ ਰਾਖੇ ਤੁਸੀਂ ਆਪ ਬਣਿਓ ਮੇਰੇ ਸੁਆਮੀ, ਆਪ ਬਣਿਓ। ਦਸਵੇਂ ਪਾਤਸ਼ਾਹ ਜੀ ਨੇ ਇੱਕ ਚਰਿੱਤਰ ਲਿਖਿਆ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ, ਇੱਕ ਸਿੱਖ ਦਾ ਕਿੱਡਾ ਉੱਚਾ ਚਰਿੱਤਰ। ਜਹਾਂਗੀਰ ਬਾਦਸ਼ਾਹ ਦੇ ਪਾਸ ਇੱਕ ਸਿੱਖ ਡਿਉੜੀ ਬਰਦਾਰ ਸੀ, ਬੜਾ ਸੁੰਦਰ ਚਿਹਰਾ, ਬੜਾ ਸੁੰਦਰ, ਇਹ ਨੂਰ ਉਤਰਿਆ ਹੋਇਆ ਸੀ ਚਿਹਰੇ ਤੇ। ਬਾਣੀ ਬੜੀ ਪੜ੍ਹਦਾ, ਸੁਖਮਣੀ ਸਾਹਿਬ ਦੇ ਪਾਠ ਕਰ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਦਾ ਸਿੱਖ ਸੀ, ਡਿਉੜੀ ਬਰਦਾਰ ਹੈ। ਅਚਾਨਕ ਜਹਾਂਗੀਰ ਦੀ ਲੜਕੀ ਸੀ, ਉਹਦੀ ਨਿਗਾਹ ਸਿੱਖ ਦੇ ਚਿਹਰੇ ਤੇ ਪਈ। ਬੜਾ ਸੁੰਦਰ ਵੇਖ ਕੇ ਉਹਦਾ ਮਨ ਡਾਵਾਡੋਲ ਹੋ ਗਿਆ।
ਖਾਣਾ ਪੀਣਾ ਤਿਆਗ ਕੇ ਆਪਣੀ ਮਾਂ ਨੂੰ ਕਹਿੰਦੀ ਆ ਵੀ ਜਾਂ ਤਾਂ ਮਰਾਂਗੀ ਜਾਂ ਇਸ ਜਿਹੜਾ ਆਪਣਾ ਨੌਕਰ ਹੈ ਡਿਉੜੀ ਬਰਦਾਰ ਇਹਦੇ ਨਾਲ ਵਿਆਹ ਕਰਾਵਾਂਗੀ। ਉਹਨੇ ਆਖਿਆ ਵੀ ਤੂੰ ਰਾਜਕੁਮਾਰੀ ਆ, ਉਹ ਡਿਉੜੀ ਬਰਦਾਰ ਤੂੰ ਕਿੱਥੇ ਕਿਸੇ ਰਾਜੇ ਦੇ ਲੜ ਤੈਨੂੰ ਲਾਵਾਂਗੇ। ਕਹਿੰਦੀ ਨਹੀਂ। ਜਹਾਂਗੀਰ ਤੱਕ ਗੱਲ ਪਹੁੰਚੀ। ਜਹਾਂਗੀਰ ਕਹਿੰਦਾ ਕੋਈ ਨਹੀਂ, ਰਾਜਾ ਮੈਂ ਬਣਾ ਦਿਆਂਗਾ, ਉਹਨੂੰ ਕੋਈ ਇਲਾਕਾ ਦੇ ਦਿਆਂਗਾ। ਗੱਲਬਾਤ ਉਹਨਾਂ ਦੀ ਹੋ ਰਹੀ ਸੀ। ਉੱਥੇ ਇੱਕ ਦਾਸੀ ਜਿਹਦਾ ਘਰ ਵਾਲਾ ਉਸੇ ਸਿੱਖ ਡਿਉੜੀ ਬਰਦਾਰ ਦੇ ਨਾਲ ਨੌਕਰੀ ਕਰਦਾ ਸੀ, ਉਹਨੇ ਜਾ ਕੇ ਆਪਣੇ ਨੂੰ ਘਰ ਵਾਲੇ ਨੂੰ ਦੱਸਿਆ ਵੀ ਤੇਰੇ ਨਾਲ ਜਿਹੜਾ ਬੰਦਾ ਨੌਕਰੀ ਕਰਦਾ ਉਹਦੇ ਤਾਂ ਭਾਗ ਜਾਗ ਪਏ ਨੇ। ਜਹਾਂਗੀਰ ਆਪਣੀ ਲੜਕੀ ਉਹਨੂੰ ਦੇਣ ਨੂੰ ਤਿਆਰ ਹੋ ਗਿਆ ਵੀ ਉਹਨੇ ਕੱਲ ਭਲਕੇ ਉਹਦੇ ਨਾਲ ਗੱਲ ਕਰਨੀ। ਉਹਨੇ ਜਾ ਕੇ ਉਸ ਸਿੱਖ ਨੂੰ ਦੱਸਿਆ ਵੀ ਤੇਰੇ ਤਾਂ ਭਾਗ ਸਵੱਲੇ ਹੋ ਗਏ, ਜਹਾਂਗੀਰ ਤੈਨੂੰ ਜਵਾਈ ਬਣਾਏਗਾ ਆਪਣਾ, ਪਰ ਜਵਾਈ ਬਣਾਉਣ ਤੋਂ ਪਹਿਲਾਂ ਹੋਵੇਗਾ ਉਹ ਤੇਰਾ ਧਰਮ ਵੀ ਤੇਰੇ ਤੋਂ ਬਦਲਾ ਕਰਾਏ, ਤਬਦੀਲ ਕਰਾਏਗਾ, ਮੁਸਲਮਾਨ ਬਣਾਏਗਾ, ਤਦੇ ਲੜਕੀ ਦੇਏਗਾ ਆਪਣੀ। ਸਿੱਖ ਇੱਕਦਮ ਹੈਰਾਨ ਹੋਇਆ ਵੀ ਮੈਂ ਤਾਂ ਸਤਿਗੁਰਾਂ ਦੀ ਸਿੱਖੀ ਤਿਆਗ ਨਹੀਂ ਸਕਦਾ, ਤੇ ਜੇ ਇਹਨੇ ਮੁਸਲਮਾਨ ਧਰਮ ਦੇ ਵਿੱਚ ਮੈਨੂੰ ਪ੍ਰਵਿਰਤ ਕਰਾ ਕੇ ਆਪਣੀ ਲੜਕੀ ਦੇਣੀ ਆ ਤੇ ਮੈਂ ਇਹ ਰਿਸ਼ਤਾ ਹੀ ਨਹੀਂ ਕਬੂਲ ਕਰ ਸਕਦਾ, ਮੈਂ ਗੁਰੂ ਕੀ ਸਿੱਖੀ ਨਹੀਂ ਤਿਆਗਣੀ। ਉਹ ਰਾਤੋਂ ਰਾਤ ਚੋਰੀ ਚੋਰੀ ਉੱਥੋਂ ਖਿਸ ਗਿਆ ਵੀ ਬਾਦਸ਼ਾਹ ਨੇ ਪਕੜ ਲਿਆ, ਸਵੇਰੇ ਗ੍ਰਿਫਤਾਰ ਕਰ ਲੈਣਾ, ਫਿਰ ਔਖਾ ਹੋ ਜਾਏਗਾ। ਜੋ ਨਿਕਲਿਆ ਕਸ਼ਮੀਰ ਦੇ ਇਲਾਕੇ 'ਚ ਜਾ ਪਹੁੰਚੇ। ਜਹਾਂਗੀਰ ਨੂੰ ਦਿਨ ਚੜਿਆ ਪਤਾ ਲੱਗਾ ਵੀ ਉਹਨੇ ਹੁਲੀਆ ਉਹਦੇ ਕੋਲ ਸੀ, ਭੇਜ ਦਿੱਤਾ ਵੀ ਇਹ ਹੁਲੀਏ ਵਾਲਾ ਬੰਦਾ ਜਿੱਥੇ ਲੱਭੇ ਫੜ ਕੇ ਲਿਆਓ, ਜੇ ਸ਼ਰਤ ਮੰਨਦਾ ਤਾਂ ਜਿਉਂਦਾ ਲਿਆਓ, ਪਾਲਕੀ 'ਚ ਬਿਠਾ ਕੇ, ਨਹੀਂ ਤਾਂ ਸਿਰ ਵੱਢ ਕੇ ਮੇਰੇ ਅੱਗੇ ਭੇਟ ਕਰੋ। ਸਿਪਾਹੀ ਫਿਰਨ ਲੱਗੇ। ਹੁਲੀਆ ਉਹ ਸਿੱਖ ਦਾ ਕਸ਼ਮੀਰ ਦੇ ਇਲਾਕੇ 'ਚ ਵੀ ਪਹੁੰਚਿਆ। ਉੱਥੋਂ ਦੇ ਨਵਾਬ ਨੇ ਇਸ ਹੁਲੀ ਸਿੱਖ ਨੂੰ ਪਕੜ ਲਿਆ, ਗ੍ਰਿਫਤਾਰ ਕਰਕੇ ਨਵਾਬ ਨੇ ਕੋਲ ਬੁਲਾਇਆ। ਕਹਿਣ ਲੱਗਾ ਵੀ ਤੈਨੂੰ ਬਾਦਸ਼ਾਹ ਨੇ ਆਪਣਾ ਜਵਾਈ ਬਣਾਉਣਾ, ਇਸ ਰਿਸ਼ਤੇ ਨੂੰ ਤਾਂ ਦੁਨੀਆ ਤੜਫਦੀ, ਮੇਰੇ ਵਰਗੇ ਨਵਾਬ ਤੜਫਦੇ ਆ। ਉਹ ਕਹਿੰਦਾ ਵੀ ਮੈਨੂੰ ਮੇਰੇ ਸਾਹਿਬ ਦੀ ਸਿੱਖੀ ਪਿਆਰੀ ਹੈ, ਮੈਂ ਉਹ ਨਹੀਂ ਤਿਆਗ ਸਕਦਾ, ਤੇ ਮੇਰੀ ਸਿੱਖੀ ਦੇ ਇਸ ਸਿਦਕ ਦੇ ਰਾਖੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ। ਉਹ ਕਹਿੰਦੇ ਵੀ ਸੱਜਣਾ ਫਿਰ ਦੂਜੀ ਆਪਸ਼ਨ ਤੇਰਾ ਸਿਰ ਵੱਢਣਾ ਪੈਣਾ। ਕਹਿੰਦਾ ਮੈਨੂੰ ਉਹ ਪ੍ਰਵਾਨ ਹੈ, ਸਿਰ ਵੱਢ ਲਓ ਮੇਰਾ। ਕਲਗੀਧਰ ਸਵਾਮੀ ਲਿਖਦੇ ਆ ਵੀ ਉਹਦਾ ਸਿਰ ਵੱਢ ਕੇ ਜਹਾਂਗੀਰ ਕੋਲ ਦਿੱਲੀ ਲਿਆ ਕੇ ਭੇਟ ਕੀਤਾ। ਜਹਾਂਗੀਰ ਦੀ ਲੜਕੀ ਕਹਿੰਦੀ ਵੀ ਮੈਨੂੰ ਉਹਦਾ ਚਿਹਰਾ ਤਾਂ ਵਿਖਾਓ, ਮੈਂ ਹੱਥਾਂ ਨਾਲ ਛੂਹ ਕੇ ਤਾਂ ਵੇਖ ਲਾਂ, ਸਪਰਸ਼ ਤਾਂ ਕਰ ਲਵਾਂ। ਜਦੋਂ ਲਿਆਂਦਾ ਉਹਦਾ ਚਿਹਰਾ, ਸਿੱਖ ਦਾ ਸੀਸ, ਉਹ ਹੱਥ ਲਾ ਕੇ ਪਕੜਨ ਲੱਗੀ ਤੇ ਉਹ ਸਿਰ ਜਿਹੜਾ ਉਹਦੇ ਹੱਥਾਂ ਤੋਂ 1.5 ਗਿੱਠ ਉੱਚਾ ਚਲਾ ਗਿਆ। ਉਹਦੇ ਹੱਥਾਂ ਦੀ ਸਪਰਸ਼ ਸਿੱਖ ਦੇ ਸੀਸ ਨੂੰ ਨਹੀਂ ਹੋ ਸਕਿਆ। ਜਹਾਂਗੀਰ ਬਾਦਸ਼ਾਹ ਨੂੰ ਕਹਿੰਦੀ ਇਹ ਕੀ ਗੱਲ? ਕਹਿੰਦੇ ਵੀ ਇਹਨਾਂ ਦੇ ਸਿਦਕ ਜਿੰਨਾ ਚਿਰ ਇਹਨਾਂ 'ਚ ਜੀਵਨ ਹੁੰਦਾ ਇਹ ਸਿਦਕ ਆਪਣਾ ਦ੍ਰਿੜ ਕਰਕੇ ਪਾਲਦੇ ਨੇ, ਮਰਨ ਤੋਂ ਬਾਅਦ ਵੀ ਇਹਨਾਂ ਦੇ ਸਿਦਕ ਦਾ ਰਾਖਾ ਇਹਨਾਂ ਦਾ ਗੁਰੂ ਹੁੰਦਾ ਹੈ। ਸਾਹਿਬ ਲਿਖਦੇ 10ਵੇਂ ਪਾਤਸ਼ਾਹ ਦੀ ਪੰਕਤੀ ਹੈ ਚਰਿਤਰਾਂ ਵਿੱਚ। ਦੇਖੋ ਸਿੱਖ ਦਾ ਚਰਿੱਤਰ ਕਿਤਨਾ ਉੱਚਾ ਕਿ ਸਵਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਸਵਾ ਗਿੱਠ ਸਿਰ ਉੱਚਾ ਚਲਿਆ ਗਿਆ, ਫਿਰ ਵੀ ਉਸ ਇਸਤਰੀ ਦਾ ਸਪਰਸ਼ ਨਹੀਂ ਭਾਈ ਉਹ ਸਿੱਖ ਨੇ ਆਪਣੇ ਸਰੀਰ ਤੇ ਪ੍ਰਵਾਨ ਕੀਤਾ। ਤੋ ਅਰਦਾਸ ਸਿਦਕ ਦੀ ਕਿ ਮਹਾਰਾਜ ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ। ਇਹ 22ਵੀਂ ਅਰਦਾਸ ਦੱਸਦੇ ਹੈ ਕਿ ਮਹਾਰਾਜ ਮੇਰੇ ਸਿਦਕ ਦੇ ਰਾਖੇ ਤੁਸੀਂ ਬਣਿਓ, ਮੇਰੀ ਭਗਤੀ ਮਹਾਰਾਜ ਜੀ ਤੁਸੀਂ ਪੂਰਨ ਕਰਿਓ। ਹਾਂਜੀ 23ਵੀਂ ਹੁਣ 23ਵੀਂ ਅਰਦਾਸ ਦੱਸਦੇ ਨੇ। ਚੋਰੀ ਕਾ ਧੰਦਾ ਗੁਰੂ ਰਾਖੇ ਕਰ ਧੰਦਾ। 23ਵੀਂ ਅਰਦਾਸ ਉਸ ਵੇਲੇ ਕਰੇ ਜਦੋਂ ਰੌਲਾ ਪਿਆ ਹੋਵੇ ਵੀ ਚੋਰੀਆਂ ਹੋ ਰਹੀਆਂ ਨੇ। ਅੱਜ ਮੈਂ ਕਹਿੰਦੇ ਨਹੀਂ ਵੀ ਆ ਕਾਲੇ ਕੱਛਿਆਂ ਵਾਲੇ ਜੀ ਚੋਰੀਆਂ ਕਰਨ ਬੜੇ ਰੋਲੇ ਪੈਂਦੇ ਸੀ ਪਿੱਛੇ ਪਹਿਲਾਂ, ਵੀ ਬੜੇ ਕੋਈ ਧਾੜ ਵੀ ਆਏ ਹੋਏ ਨੇ ਜੀ, ਉਹ ਪਿੰਡਾਂ 'ਚ ਚੋਰੀਆਂ ਕਰ ਰਹੇ ਨੇ, ਲੋਕਾਂ ਨੂੰ ਮਾਰ ਰਹੇ ਨੇ। ਜਦੋਂ ਇਹੋ ਜਿਹਾ ਮਾਹੌਲ ਬਣਿਆ ਹੋਵੇ, ਸਹਿਮ ਬਣਿਆ ਹੁੰਦਾ ਲੋਕਾਂ ਵਿੱਚ ਉਸ ਵੇਲੇ, ਤੇ ਸੁਭਾਵਕ ਹੈ ਉਹ ਸਹਿਮ ਜਦੋਂ ਪਬਲਿਕ 'ਚ ਬਣਿਆ ਹੁੰਦਾ ਵੀ ਚੋਰ ਪੈ ਰਹੇ ਨੇ ਜੀ, ਚੋਰੀਆਂ ਹੋ ਰਹੀਆਂ ਨੇ, ਘਰ ਬੈਠਿਆਂ ਨੂੰ ਮਾਰ ਜਾਂਦੇ ਆ, ਠੱਗੀਆਂ ਹੁੰਦੀਆਂ,
ਉਦੋਂ ਅਰਦਾਸ ਇਹ ਕਰੇ ਕਿ ਮਹਾਰਾਜ ਮੇਰੇ ਘਰ ਦੇ ਰਾਖੇ ਤੁਸੀਂ ਬਣਿਓ ਉਹਨਾਂ ਚੋਰਾਂ ਤੋਂ। ਤੇ ਪੜੇ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਪਾਈ। ਘਰ ਦੀ ਕਾਰ, ਉਸ ਅਰਦਾਸ ਨਾਲ ਘਰ ਦੀ ਕਾਰ ਪਾ ਦੇਵੇ। ਮਹਾਰਾਜ ਇਸ ਚੋਰੀ ਦੇ ਸ਼ੋਰ ਦੇ ਵਿੱਚ ਕਿ ਜਿਹੜਾ ਇਹ ਰੌਲਾ ਪਿਆ ਹੋਇਆ ਵੀ ਚੋਰੀਆਂ ਹੋ ਰਹੀਆਂ ਨੇ, ਘਰਾਂ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇ, ਮਹਾਰਾਜ ਮੇਰੇ ਘਰ ਦੀ ਇਸ ਰਾਖੀ ਤੁਸੀਂ ਕਰਨੀ, ਰਖਵਾਲੇ ਤੁਸੀਂ ਬਣਨਾ। ਉਦੋਂ ਇਹ ਅਰਦਾਸ ਉਹਨਾਂ ਦਿਨਾਂ ਵਿੱਚ ਜਦੋਂ ਇਦਾਂ ਦਾ ਮਾਹੌਲ ਅਕਸਰ ਬਣ ਜਾਂਦਾ, ਕਈ ਵਾਰ ਫਿਰ ਸਰਕਾਰਾਂ ਨੂੰ ਵੀ ਕਹਿਣਾ ਪੈਂਦਾ ਵੀ ਠੀਕਰੀ ਪਹਿਰੇ ਲਾਓ, ਪਿੰਡਾਂ 'ਚ ਤਿਆਰ ਬਰ ਤਿਆਰ ਹੋਵੋ। ਮਹਾਰਾਜ ਜੀ ਦੇ ਸਰੂਪਾਂ ਬਾਰੇ ਬਾਰ-ਬਾਰ ਬੇਨਤੀਆਂ ਕਰ ਕਰ ਹਟ ਗਏ, ਬਾਰ-ਬਾਰ ਕਰ ਵੀ ਰਹੇ ਆ, ਜਥੇਦਾਰ ਸਹਿਬਾਨ ਵੀ ਕਰ ਰਹੇ। ਕੱਲ ਕਿਸੇ ਬੇਵਕੂਫ ਨੇ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ 'ਚ, ਤੇ ਫਿਰ ਬਾਅਦ ਵਿੱਚ ਜਦੋਂ ਫੜੇ ਜਾਂਦੇ ਆ ਉਹ ਬਿਆਨ ਦੇਣ ਲੱਗ ਪੈਂਦੇ ਜੀ ਇਹ ਮੈਂਟਲੀ ਤੌਰ ਤੇ ਅਪਸੈਟ ਸੀ ਜੀ, ਡਿਪਰੈਸ਼ਨ ਵਿੱਚ ਸੀ। ਇਹ ਡਿਪਰੈਸ਼ਨ ਵਿੱਚ ਸੀ, ਤੁਹਾਡਾ ਘਰ ਦਾ ਸਮਾਨ ਨਹੀਂ ਫੂਕਿਆ। ਪਾਗਲ ਹੋਵੇ ਤਾਂ ਘਰ ਨਹੀਂ ਵਿਗਾੜਦੇ ਜਾ ਕੇ ਮਹਾਰਾਜ ਜੀ ਦੇ ਸਰੂਪ ਤੇ, ਉਹ ਬਚਾਉਣ ਵਾਸਤੇ ਹੁੰਦਾ। ਏਦਾਂ ਦਾ ਜਦੋਂ ਕੋਈ ਬੰਦਾ ਕਾਬੂ ਆ ਜਾਏ ਨਾ, ਉਸ ਵੇਲੇ ਜਿਹੜੀਆਂ ਖਾਲਸੀ ਰਵਾਇਤਾਂ ਦੀ ਸਜ਼ਾ ਹੈ, ਖਾਲਸਾ ਆਪ ਸક્ષਮ ਹੈ ਸਜ਼ਾ ਦੇਣ ਦੇ, ਉੱਥੇ ਨਾਲੋਂ ਨਾਲ ਹੀ ਫੈਸਲਾ ਕਰ ਦੇਣਾ ਚਾਹੀਦਾ, ਨਾਲੋਂ ਨਾਲ ਉਸੇ ਮੌਕੇ ਤੇ ਹੀ। ਉਡੀਕਾਂ ਨਹੀਂ ਕਰਨੀਆਂ ਵੀ ਕਾਨੂੰਨ ਕਦੋਂ ਸਜ਼ਾ ਦੇਏਗਾ, ਕਿਸ ਵੇਲੇ ਉਹਨੂੰ ਉਹ ਸਜ਼ਾ ਕੀ ਦੇਣੀ। ਉਹਨਾਂ ਨੇ ਥੋੜੇ ਦਿਨਾਂ ਬਾਅਦ ਜ਼ਮਾਨਤ ਤੇ ਫਿਰ ਬਾਹਰ ਤੁਰੇ ਫਿਰਦੇ। ਤੂੰ ਬਾਰ-ਬਾਰ ਕਹਿ ਕੇ ਹਟ ਗਏ ਵੀ ਗੁਰੂ ਘਰਾਂ ਦੇ ਵਿੱਚ ਭਾਈ ਚੌਕਸੀ ਰੱਖੋ, ਪਹਿਰਾ ਰੱਖੋ। ਜਿੱਥੇ ਪ੍ਰਬੰਧ ਚਲਾਉਂਦੇ ਹੋ ਗੁਰੂ ਘਰਾਂ ਦੇ, ਉਹ ਪ੍ਰਬੰਧਕ ਕਮੇਟੀਆਂ ਨੂੰ ਹਦਾਇਤਾਂ, ਗ੍ਰੰਥੀ ਸਿੰਘਾਂ ਨੂੰ, ਇੱਕ ਤੇ ਗ੍ਰੰਥੀ ਸਿੰਘ ਹੁੰਦਾ ਵੀ ਉਹ ਸਾਰਾ ਦਿਨ ਕਿਵੇਂ ਇੱਕ ਨਾਲ ਕੋਈ ਸਹਿਯੋਗੀ ਹੋਵੇ, ਕੈਮਰੇ ਲੱਗੇ ਹੋਣ, ਪੂਰੇ ਇਹ ਮਰਿਆਦਾ ਘਟੋ ਘਟ ਪੂਰੇ ਸਮਰੱਥ ਹੋਵੋ। ਜੇ ਗੁਰੂ ਘਰ ਬਣਾਏ ਤਾਂ ਉਹਨਾਂ ਗੁਰੂ ਘਰਾਂ ਦੀ ਸੰਭਾਲ ਵਾਸਤੇ ਵੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਖੈਰ ਇਹ ਵਿਸ਼ਾ ਵਿੱਚ ਚੱਲ ਪਿਆ। ਗਰੀਬਨ ਬਾਗ ਸਾਹਿਬ ਕਹਿੰਦੇ ਜਦੋਂ ਚੋਰੀ ਦਾ ਰੌਲਾ ਪਿਆ ਹੋਵੇ, ਥਾਂ ਥਾਂ ਤੇ ਚੋਰੀਆਂ ਹੁੰਦੀਆਂ ਹੋਣ, ਉਦੋਂ ਅਰਦਾਸ ਇਹ ਕਰੇ ਮਹਾਰਾਜ ਮੇਰੇ ਘਰ ਦੇ ਰਾਖੇ ਤੁਸੀਂ ਬਣੋ। 24ਵੀਂ ਹੁਣ 24ਵੀਂ ਅਰਦਾਸ ਦੱਸਦੇ ਨੇ। ਰਾਜਾ ਕਾ ਮਿਲਾਪ ਸਹਾਈ ਗੁਰ ਆਪ। 24ਵੀਂ ਅਰਦਾਸ ਇਹ ਹੈ, ਉਸ ਵੇਲੇ ਕਰਨੀ ਹੈ ਇਹ ਕਿ ਜਦੋਂ ਮੰਨੋ ਕਿਸੇ ਰਾਜੇ ਨੂੰ ਮਿਲਣ ਜਾਣਾ, ਕਿਸੇ ਰਾਜਨੀਤਿਕ ਮੰਤਰੀ ਸੰਤਰੀ ਨੂੰ ਮਿਲਣ ਜਾਣਾ ਕਿਸੇ ਕੰਮ ਲਈ, ਤਾਂ ਉਸ ਵੇਲੇ ਅਰਦਾਸ ਕਰਕੇ ਜਾਵੇ ਮਹਾਰਾਜ ਰਾਜੇ ਨੂੰ ਮਿਲਣ ਚੱਲਿਆ, ਮੰਤਰੀ ਨੂੰ ਮਿਲਣ ਚੱਲਿਆ, ਜਾਂ ਕਿਸੇ ਵੱਡੇ ਅਹਿਲਕਾਰ ਅਫਸਰ ਨੂੰ ਮਿਲਣ ਚੱਲਿਆ, ਮੇਰੇ ਸਹਾਈ ਹੋਇਓ ਜੇ ਕਿ ਮੇਰਾ ਕਾਰਜ ਜਿਸ ਲਈ ਮਿਲਣ ਚੱਲਿਆ ਉਹ ਸਿੱਧ ਹੋ ਜਾਏ। ਤੋ ਰਾਜ ਸਰਕਾਰੀ ਦਰਬਾਰੇ ਤਾਂ ਕੰਮ ਪੈਂਦੇ ਆ, ਗ੍ਰਸਤੀਆਂ ਆਪਾਂ ਜੀਵਨ 'ਚ ਵਿਚਰਦੇ ਆ। ਜਦੋਂ ਕਿਸੇ ਰਾਜਨੀਤਿਕ ਵਿਅਕਤੀ ਨੂੰ ਜਾਂ ਕਿਸੇ ਰਾਜੇ ਨੂੰ ਜਾਂ ਕਿਸੇ ਮੰਤਰੀ ਨੂੰ ਜਾਂ ਕਿਸੇ ਵੱਡੇ ਅਹੁਦੇਦਾਰ ਨੂੰ, ਕਿਸੇ ਵੱਡੇ ਅਫਸਰ ਨੂੰ ਮਿਲਣ ਜਾਣਾ, ਉਦੋਂ ਵੀ ਅਰਦਾਸ ਕਰਕੇ ਨਿਕਲਣਾ। 24ਵੀਂ ਅਰਦਾਸ ਇਹ ਉਸ ਵੇਲੇ ਕਰਨੀ ਜਦੋਂ ਕਿਸੇ ਵੱਡੇ ਪ੍ਰਤਿਸ਼ਠਿਤ ਵਿਅਕਤੀ ਨੂੰ ਮਿਲਣ ਜਾਣਾ ਕਿਸੇ ਕਾਰਜ ਦੇ ਪੂਰਤੀ ਲਈ ਕਿ ਮਹਾਰਾਜ ਮੇਰੇ ਸਹਾਈ ਹੋਇਓ, ਉੱਥੇ ਮੇਰੀ ਬਿਰਧ ਬਾਣੀ ਦੀ ਲਾਜ ਤੁਸੀਂ ਰੱਖਿਓ। ਹਾਂਜੀ 25ਵੀਂ ਅਰਦਾਸ ਦੱਸਦੇ ਨੇ। ਸਤਿਗੁਰ ਪਾਵੈ ਮੇਗ ਦੁਰਭਿਖ ਵੇ ਮੁਖ ਗਈ ਨਿਮੇਕ। 25ਵੀਂ ਅਰਦਾਸ ਉਸ ਵੇਲੇ ਕਰਨੀ, ਉਹਨਾਂ ਦਿਨਾਂ 'ਚ ਕਰਨੀ ਹੈ ਕਿ ਜਦੋਂ ਕਾਲ ਪਿਆ ਹੋਵੇ। ਕਾਲ ਪੈ ਜੇ, ਫਸਲਾਂ ਸੁੱਕਦੀਆਂ ਹੋਣ ਜਾਂ ਬਹੁਤ ਪਾਣੀ ਆਇਆ ਹੋਵੇ, ਹੜ੍ਹ ਆ ਗਏ ਹੋਣ, ਫਸਲਾਂ ਤਬਾਹ ਹੋ ਰਹੀਆਂ ਹੋਣ, ਤੇ ਉਸ ਵੇਲੇ ਕਹਿੰਦੇ ਜਦੋਂ ਕਾਲ ਪੈ ਜੇ, ਓੜ ਲੱਗ ਜੇ, ਮੀਂਹ ਨਾ ਪਵੇ, ਫਸਲ ਸੁੱਕੀ ਹੋਵੇ,
ਤੇ ਅਰਦਾਸ ਕਰੇ ਕਿ ਮਹਾਰਾਜ ਮੇਰੇ ਮਨ ਨੂੰ ਨਿਮਖ ਮਾਤਰ ਵੀ ਬੇਮੁਖਤਾ ਹੀ ਨਾ ਫੜੇ। ਕਿਉਂਕਿ ਅਕਸਰ ਕਾਲ ਦੇ ਦਿਨਾਂ ਵਿੱਚ ਜਦੋਂ ਕਾਲ ਪੈਂਦਾ, ਕਾਲ ਦੇ ਕਈ ਰੂਪ ਨੇ। ਕਾਲ ਜਿਹੜਾ ਉਹ ਕੱਲਾ ਇਹ ਨਹੀਂ ਵੀ ਮੀਂਹ ਨਾ ਪਵੇ ਉਹੀ ਕਾਲ, ਬਹੁਤ ਜ਼ਿਆਦਾ ਪੈ ਜੇ ਉਹ ਵੀ ਕਾਲ, ਬਿਮਾਰੀ ਲੱਗ ਜੇ ਕਿ ਫਸਲ ਨੂੰ ਉਹ ਵੀ ਕਾਲ ਹੈ। ਤੋ ਇਸ ਪ੍ਰਕਾਰ ਕਾਲ ਦੇ ਕਈ, ਜੰਗ ਛਿੜ ਜੇ ਤਾਂ ਵੀ ਕਾਲ ਹੈ। ਉਸ ਵੇਲੇ ਮਨ ਡੋਲਣਾ ਸ਼ੁਰੂ ਹੋ ਜਾਂਦਾ ਵੀ ਬਸ ਹੁਣ ਤਾਂ ਔਖਾ ਹੈ, ਕੋਈ ਰੱਬ ਰੁੱਬ ਨਹੀਂ ਹੈ ਜੀ। ਕਈ ਕਹਿਣ ਲੱਗ ਪੈਂਦੇ ਰੱਬ ਹੁੰਦਾ ਤਾਂ ਮੀਂਹ ਨਾ ਪਾਉਂਦਾ। ਕਹਿੰਦੇ ਉਦੋਂ ਅਰਦਾਸ ਕਰੇ ਕਿ ਮਹਾਰਾਜ ਮੇਰਾ ਮਨ ਨਿਮਖ ਮਾਤਰ ਵੀ ਤੁਹਾਡੇ ਤੋਂ ਵੇਮੁਖ ਨਾ ਹੋਵੇ। ਤੇ ਅਰਦਾਸ ਕਰੇ ਜੇ ਕਾਲ ਪਿਆ ਹੋਵੇ ਮਹਾਰਾਜ ਮੀਂਹ ਪਾਓ ਤੇ ਮੇਰੇ ਮਨ 'ਚ ਤੁਹਾਡੇ ਚਰਨਾਂ ਪ੍ਰਤੀ ਪੂਰਨ ਵਿਸ਼ਵਾਸ ਤੇ ਸ਼ਰਧਾ ਬਣੀ ਰਹੇ। ਮੀਂਹ ਪਾਓ, ਇਹ ਅਰਦਾਸ ਉਸ ਵੇਲੇ ਕਰੇ। ਹਾਂਜੀ। 26ਵੀਂ ਧਰਮ ਕਾ ਡੰਡ ਤਨ ਕੀ ਬਖਸ਼ੀਆ ਦੁਖਨ ਬੇਹੰਡ। 26ਵੀਂ ਅਰਦਾਸ ਉਸ ਵੇਲੇ ਹੁੰਦੀ ਹੈ ਜਦੋਂ ਮੰਨ ਲਓ ਵੀ ਕਿਸੇ ਕੋਲੋਂ ਕੋਈ ਕੁਰੈਤ ਹੋਈ ਤੇ ਉਹ ਪੰਜਾਂ ਕੋਲ ਹਾਜ਼ਰ ਹੋਇਆ ਤੇ ਪੰਜ ਉਸ ਨੂੰ ਤਨਖਾਹ ਲਾਣ ਤੋਂ ਪਹਿਲਾਂ ਜਿਹੜੀ ਅਰਦਾਸ ਕਰਦੇ ਆ, ਮਹਾਰਾਜ ਇਹਦੇ ਕੋਲੋਂ ਆ ਕੁਰੈਤ ਹੋਈ, ਆਪ ਜੀ ਦੀ ਸ਼ਰਨ ਆਇਆ, ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਨੂੰ ਬਖਸ਼ੋ। ਉਹ ਤਨਖਾਹ ਲਾਣ ਤੋਂ ਪਹਿਲਾਂ ਜਿਹੜੀ ਅਰਦਾਸ ਕੀਤੀ ਜਾਂਦੀ ਪੰਜ ਸਿੰਘਾਂ ਵੱਲੋਂ, ਖਾਲਸੀ ਰਵਾਇਤਾਂ ਦੇ ਮੁਤਾਬਕ ਸਜ਼ਾ ਨਹੀਂ ਹੁੰਦੀ। ਅੱਜ ਕੱਲ ਜਿਹੜੀ ਸਜ਼ਾ ਸ਼ਬਦ ਵਰਤਿਆ ਜਾਂਦਾ ਨਾ ਜੀ, ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਸਜ਼ਾ ਦਿਓ, ਸਜ਼ਾ ਨਹੀਂ। ਖਾਲਸੀ ਬੋਲੇ ਦੇ ਵਿੱਚ ਤਨਖਾਹ ਹੁੰਦੀ ਹੈ ਵੀ ਤਨਖਾਹ ਲਾਓ। ਤੇ ਉਹ ਤਨਖਾਹ ਜਿਹੜੀ ਹੁੰਦੀ ਆ ਗੁਰਮਤਿ ਮਰਿਆਦਾ ਦੇ ਅਨੁਸਾਰ ਉਹਨਾਂ ਦੇ ਹਿਰਦੇ ਨੂੰ ਸ਼ੁੱਧ ਕਰਨ ਲਈ ਕਦੇ ਬਰਤਨ ਮਾਂਜਣ ਦੀ ਸੇਵਾ ਲਾ ਦੇਣੀ, ਝਾੜੂ ਫੇਰਨ ਦੀ, ਵੀ ਇਹਨਾਂ ਦਾ ਹਿਰਦਾ ਸ਼ੁੱਧ ਹੋਵੇ, ਉਹ ਸੇਵਾ ਹੁੰਦੀ, ਉਹ ਤਨਖਾਹ ਲਾਈ ਜਾਂਦੀ। ਉਸ ਤਨਖਾਹ ਤੋਂ ਪਹਿਲਾਂ ਜਦੋਂ ਤਨਖਾਹ ਲਾਈ ਜਾਂਦੀ ਹੈ ਪੰਥਕ ਮਰਿਆਦਾ ਦੇ ਅਨੁਸਾਰ, ਉਸ ਵੇਲੇ ਜਿਹੜੇ ਪੰਜ ਸਿੰਘ ਨੇ ਤਨਖਾਹ ਲਾਣ ਤੋਂ ਪਹਿਲਾਂ ਪੰਜੇ ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ। ਇਹ 26ਵੀਂ ਅਰਦਾਸ ਉਸ ਵੇਲੇ ਅਰਦਾਸ ਹੁੰਦੀ ਕਿ ਮਹਾਰਾਜ ਇਹ ਫਲਾਣਾ ਸਿਓ ਜਾਂ ਅਮਕਾ ਸਿਓ ਜਿਹੜਾ ਕੁਰੈਤੀਆ ਮਹਾਰਾਜ ਜੀ ਆਪ ਜੀ ਦੀ ਸ਼ਰਨ 'ਚ ਆਇਆ, ਇਹਦੇ ਕੋਲ ਹੋ ਗਈ ਹੈ ਕੁਰੈਤ, ਭੁੱਲ ਹੋ ਗਈ ਹੈ, ਤੇ ਹੁਣ ਆਪ ਜੀ ਕਿਰਪਾ ਕਰੋ ਇਹਨੂੰ ਬਖਸ਼ੋ। ਫਿਰ ਉਹਨੂੰ ਦੰਡ ਲਾਇਆ ਜਾਵੇ, ਤਨਖੀ ਬਖਸ਼ੀਆ ਦੁਖਨ ਬੇਹੰਡ, ਉਹਨੂੰ ਤਨਖਾਹ ਬਖਸ਼ੀ ਜਾਵੇ, ਯਾਨੀ ਕਿ ਉਹਨੂੰ ਤਨਖਾਹ ਲਾਈ ਜਾਵੇ। ਫਿਰ ਉਹ ਤਨਖਾਹ ਦੀ ਭੁੱਲ ਜਿਹੜੀ ਆ ਉਹਨੂੰ ਬਖਸ਼ਾਵੇ। ਆਮ ਹਿੰਦੂ ਰੀਤੀਆਂ ਦੇ ਮੁਤਾਬਕ ਪ੍ਰਾਸ਼ਚਿਤ ਕਰਮ ਕਰਦੇ ਸੀ ਵੀ ਜੇ ਕਿਸੇ ਕੋਲੋਂ ਪਾਪ ਹੋ ਜਾਣਾ ਪ੍ਰਾਸ਼ਚਿਤ ਕਰਮ ਕਰਨਾ। ਤੋ ਖਾਲਸੇ ਵਿੱਚ ਤਨਖਾਹ ਲਾਈ ਜਾਂਦੀ ਹੈ ਵੀ ਉਹ ਤਨਖਾਹ ਦੇ ਮੁਤਾਬਕ 40 ਦਿਨ ਤੁਸੀਂ ਆਹ ਬਾਣੀ ਪੜ੍ਹਨੀ ਹੈ ਜਾਂ 1 ਮਹੀਨਾ, ਉਹਦੇ ਕਰਮ ਦੇ ਮੁਤਾਬਕ ਕਿਹੋ ਜਿਹੀ ਕੁਰੈਤ ਹੈ ਉਹਦੇ ਮੁਤਾਬਕ ਉਹਨੂੰ ਉਹ ਤਨਖਾਹ ਲਾ ਕੇ ਉਹ ਕਰਮ ਕਰਨ ਵਾਸਤੇ ਕਿਹਾ ਜਾਂਦਾ, ਤਾਂ ਜੋ ਉਹਦਾ ਅੰਤਸ਼ਕਰਨ ਸ਼ੁੱਧ ਹੋਵੇ ਤੇ ਉਹ ਜਿਹੜਾ ਪਾਪ ਉਹਦੇ ਕੋਲ ਹੋਇਆ ਉਹਦੇ ਹਿਰਦੇ 'ਚ ਉਹਦੇ ਸੰਸਕਾਰ ਨਿਰਵਿਰਤ ਹੋ ਸਕਣ। ਉਹ ਵੇਖਾ ਵੇਖੀ ਨਹੀਂ ਹੁੰਦੀ, ਵਿਖਾਵਾ ਨਹੀਂ ਹੁੰਦਾ। ਇਹ ਧਾਰਮਿਕ ਤੌਰ ਤੇ ਇੱਕ ਅੰਤਰੀਵੀ ਤੌਰ ਤੇ ਇਹੋ ਜਿਹੀ ਸੂਖਸ਼ਮ ਖੇਡ ਹੁੰਦੀ ਹੈ ਕਿ ਜਦੋਂ ਕੋਈ ਪੂਰਨ ਤੌਰ ਤੇ ਸਮਰਪਿਤ ਹੋ ਕੇ ਪੰਜਾਂ ਦੇ ਸਨਮੁਖ ਕਿ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਹੈ, ਬਖਸ਼ ਲਓ। ਇਹ ਨਹੀਂ ਵੀ ਲੋਕ ਆਖਣ, ਦੁਨੀਆ ਆਖੇ, ਰੌਲਾ ਪਵੇ, ਤੇ ਫਿਰ ਜੇ ਹੋ ਗਈ ਹੈ ਆਪ ਹੀ ਹਾਜ਼ਰ ਹੋ ਜਾਏ, ਮਹਾਰਾਜ ਮੇਰੇ ਕੋਲੋਂ ਗਲਤੀ ਹੋਈ। ਹੁਣ ਅੱਜ ਕੱਲ ਤਾਂ ਚਲੋ ਬਹੁਤ ਸਾਰੇ ਸਾਧਨ ਨੇ, ਬਿਲਕੁਲ ਵੀਡੀਓ ਬਣ ਜਾਂਦੀਆਂ, ਉਸੇ ਵੇਲੇ ਉਹ ਲੁਕਾਉਣ ਦਾ ਯਤਨ ਕਰਦੇ ਆ। ਜਦੋਂ ਬਾਅਦ ਵਿੱਚ ਉਹ ਵੀਡੀਓ ਪੇਸ਼ ਕੀਤੀ ਜਾਂਦੀ ਹੈ ਪੰਜਾਂ ਅੱਗੇ, ਫਿਰ ਉਹਨਾਂ ਨੂੰ ਮੰਨਣਾ ਵੀ ਪੈਂਦਾ। ਕਈ ਤਾਂ ਫਿਰ ਵੀ ਨਹੀਂ ਮੰਨਦੇ, ਇਹੋ ਜਿਹੇ ਵੀ ਹਨ। ਪੁਰਾਣੇ ਵੇਲਿਆਂ ਵਿੱਚ ਤਾਂ ਕੋਈ ਏਦਾਂ ਦੇ ਸਾਧਨ ਵੀ ਨਹੀਂ ਸੀ। ਜੇ ਕਿਸੇ ਕੋਲੋਂ ਭੁੱਲ ਹੋ ਜਾਣੀ, ਜੇ ਰਣਜੀਤ ਸਿੰਘ ਕੋਲੋਂ ਭੁੱਲ ਹੋਈ, ਉਹਨਾਂ ਆਪ ਆ ਕੇ ਆਪਣਾ ਆਪ ਪੇਸ਼ ਕੀਤਾ, ਮਹਾਰਾਜ ਹਾਜ਼ਰ ਆ, ਤੇ ਅਕਾਲੀ ਜੀ ਬੰਨੋ ਇਹਨੂੰ, ਮਾਰੋ ਕੋਰੜੇ। ਆਪੇ ਹੀ ਕਹਿੰਦੇ ਮਹਾਰਾਜ ਹੱਥ ਪਿੱਛੇ ਲਾ ਕੇ ਕਹਿੰਦੇ ਇਹਨੇ ਨਿਮਰਤਾ ਵਿਖਾ ਲਈ, ਹੁਣ ਰਹਿਣ ਦਿਓ, ਮਾਰੇ ਨਹੀਂ ਸਨ। ਜੇ ਭੁੱਲ ਹੋ ਜਾਏ ਤੇ ਆਪਣੇ ਹਿਰਦੇ ਵਿੱਚੋਂ ਉਹਦੀ ਅੰਦਰੋਂ ਖਿਮਾ ਯਾਚਨਾ ਕਰੇ। ਇਹ ਨਹੀਂ ਵੇਖਾ ਵੇਖੀ ਵੀ ਦੁਨੀਆ ਕਹਿੰਦੀ ਹੈ, ਲੋਕ ਕਹਿੰਦੇ ਆ, ਤਾਂ ਮਨ ਆਪਣਾ। ਫਿਰ ਪੰਜਾਂ ਵੱਲੋਂ ਲਾਈ ਹੋਈ ਜਿਹੜੀ ਤਨਖਾਹ ਹੁੰਦੀ ਹੈ, ਉਸ ਤਨਖਾਹ ਨੂੰ ਪੂਰਨ ਭਾਵਨਾ ਸਹਿਤ ਕਿ ਪੰਥ ਦੇ ਹੁਕਮ ਦੀ, ਇਹ ਪੰਥ ਵੱਲੋਂ ਲਾਈ ਤਨਖਾਹ ਹੈ, ਖਾਲਸੇ ਵੱਲੋਂ ਲਾਈ ਤਨਖਾਹ ਹੈ,
ਮੇਰਾ ਇਹਦੇ ਨਾਲ ਭਲਾ ਹੋਣਾ ਹੈ, ਪੂਰਨ ਸਮਰਪਿਤ ਹੋ ਕੇ ਉਸ ਤਨਖਾਹ ਨੂੰ ਭੋਗੇ, ਉਹ ਤਨਖਾਹ ਭੇਟ ਕਰੇ। ਤੇ ਤਨਖਾਹ ਲਾਣ ਤੋਂ ਪਹਿਲਾਂ ਜਿਹੜੀ ਪੰਜਾਂ ਵੱਲੋਂ ਅਰਦਾਸ ਹੁੰਦੀ ਹੈ, ਮਹਾਰਾਜ ਜੀ ਕਹਿੰਦੇ 26ਵੀਂ ਅਰਦਾਸ ਦੱਸਦੇ ਆ, ਉਸ ਵੇਲੇ ਕੀਤੀ ਜਾਂਦੀ ਹੈ। ਹਾਂਜੀ, 27ਵੀਂ ਅਰਦਾਸ ਦੱਸਦੇ ਹਨ, ਮਾਰਗ ਕੀ ਭੂਲ ਬਖਸ਼ਾ ਗੁਰੂ ਚਲੂਲ। ਇਹ ਅਰਦਾਸ ਕਦੋਂ ਕਰਨੀ ਹੈ? ਹੇ ਮੇਰੇ ਸੋਹਣੇ ਜੇ ਗੁਰੂ ਜੀ, ਬਖਸ਼ਾ ਗੁਰੂ ਚਲੂਲ, ਚਲੂਲ ਕਹਿੰਦੇ ਨੇ ਸੋਹਣੇ ਨੂੰ। ਹੇ ਮੇਰੇ ਸੋਹਣੇ ਗੁਰੂ ਜੀ, ਮੈਨੂੰ ਬਖਸ਼ ਲਿਓ। ਜਦੋਂ ਕਿਤੇ ਸਫ਼ਰ ਤੇ ਜਾਣਾ ਹੈ, ਵਿਦੇਸ਼ ਜਾਣਾ ਹੈ, ਕਿਤੇ ਸਫ਼ਰ ਤੇ ਜਾਣਾ ਹੈ, ਉਸ ਵੇਲੇ ਅਰਦਾਸ ਕਰਕੇ ਸਫ਼ਰ ਤੇ ਟੁਰਨ ਤੋਂ ਪਹਿਲਾਂ ਕਿ ਮਹਾਰਾਜ ਮਾਰਗ ਕੀ ਭੂਲ, ਰਸਤੇ ਦੀ ਭੁੱਲ ਚੁੱਕ ਖਿਮਾ ਰੱਖਿਓ, ਖਿਮਾ ਕਰਿਓ, ਰਾਹ ਪੈਂਡੇ ਸਹਾਈ ਹੋਇਓ। ਜੇ ਕਿਤੇ ਰਸਤਾ ਭੁੱਲਣ ਲੱਗੀਏ ਤੇ ਆਪ ਹੀ ਮਾਰਗਦਰਸ਼ਨ ਕਰ ਦਿਓ ਵੀ ਇਹ ਗਲਤ ਹੈ, ਸਿੱਧਾ ਰਸਤੇ ਪਾ ਦਿਓ। ਮਾਰਗ ਕੀ ਭੂਲ, ਕਈ ਵਾਰੀ ਜਦੋਂ ਇਹੋ ਜਿਹੀ ਥਾਂ ਜਿੱਥੇ ਸਾਨੂੰ ਰਸਤਾ ਨਹੀਂ ਪਤਾ ਹੁੰਦਾ ਚਲੇ ਗਏ, ਕਈ ਵਾਰੀ ਸਮਾਂ ਇਹੋ ਜਿਹਾ ਹੁੰਦਾ, ਉਦੋਂ ਅਰਦਾਸ ਪਹਿਲਾਂ ਹੀ ਘਰੋਂ ਹੀ ਚੱਲਣ ਵੇਲੇ ਅਰਦਾਸ, ਚਾਲੇ ਦੀ ਅਰਦਾਸ ਕਹਿੰਦੇ ਇਹਨੂੰ, ਖਾਲਸੇ ਦੇ ਬੋਲੇ 'ਚ ਨਾ, ਨਿਹੰਗ ਸਿੰਘਾਂ ਦੇ ਬੋਲਿਆਂ 'ਚ ਵੀ ਚਾਲੇ ਦੀ ਅਰਦਾਸ। ਤੇ ਚਾਲੇ ਦੀ ਅਰਦਾਸ ਕਰਨ ਵੇਲੇ ਸਿੰਘ ਜਦੋਂ ਸਵਾਰੀ ਕਰਨ ਲੱਗਦੇ ਆ, ਕਿਸੇ ਵਾਹਨ ਤੇ ਬਹਿਣ ਲੱਗਦੇ ਆ, ਤੇ ਬਹਿਣ ਤੋਂ ਪਹਿਲਾਂ ਜਦੋਂ ਗੇਰ ਪਾਣਾ ਹੁੰਦਾ, ਚੱਲਣਾ ਹੁੰਦਾ, ਉਦੋਂ ਹੀ ਅਰਦਾਸ ਕਰਦੇ ਆ। ਚਾਲੇ ਦੀ ਅਰਦਾਸ ਕਰਕੇ ਕਹਿੰਦਾ, ਚੜ੍ਹਦਾ ਹੋਇਆ ਬੋਲੀ, ਬੋਲਿਆ ਪੈਜ ਰੱਖ ਲਈ ਆਪਣੇ ਨਾਮ ਦੀ, 184 ਮੇਦ ਨੀ ਨਾਉ ਤੇਰਾ ਧਿਆਮ ਦੀ। ਮਹਾਰਾਜ ਬੋਲਾ ਹੈ ਚੜ੍ਹਦੇ ਹੋਏ ਦਾ, ਰਾਹ ਪੈਂਡੇ ਸਹਾਈ ਹੋਇਓ। ਜੇ ਕਿਤੇ ਰਾਹ ਭੁੱਲਣ ਲੱਗੀ, ਆਪ ਹੀ ਮੱਤ ਚ ਪਾ ਦਿਓ, ਅਕਲ ਚ ਪਾ ਦਿਓ ਵੀ ਇਹ ਗਲਤ ਰਸਤਾ ਹੈ। ਹਾਂਜੀ, 28ਵੀਂ ਹੁਣ 28ਵੀਂ ਅਰਦਾਸ ਦੱਸਦੇ ਨੇ, ਚੂਕ ਸਭ ਜਾਏ ਪਿਤਰਨ ਸੁਖ ਪਾਏ। 27ਵੀਂ ਅਰਦਾਸ ਉਸ ਵੇਲੇ ਕਿ ਜਦੋਂ ਆਪਣੇ ਬਜ਼ੁਰਗਾਂ ਦੇ ਨਿਮਿਤ ਜਦੋਂ ਅਸੀਂ ਕੋਈ ਕੰਮ ਕਰਦੇ, ਕੋਈ ਬਜ਼ੁਰਗ ਚਾਲੇ ਪਾ ਗਿਆ, ਚਲਾਣੇ ਕਰ ਗਿਆ, ਉਹਦਾ ਅਖੰਡ ਪਾਠ ਸਾਹਿਬ ਕਰਾਇਆ, ਸਹਿਜ ਪਾਠ ਕਰਾਇਆ, ਸਪਤਾਹ ਪਾਠ ਕਰਾਇਆ, ਉਸ ਵੇਲੇ ਅਰਦਾਸ ਹੁੰਦੀ, ਮਹਾਰਾਜ ਸਾਡਿਆਂ ਬਜ਼ੁਰਗਾਂ ਨੂੰ, ਵੱਡਿਆਂ ਨੂੰ ਆਪਣੇ ਚਰਨਾਂ 'ਚ ਥਾਂ ਬਖਸ਼ਿਓ, ਉਹਨਾਂ ਦੀਆਂ ਭੁੱਲਾਂ ਚੁੱਕਾਂ ਨਾ ਚਿਤਾਰਿਓ। ਮਹਾਰਾਜ ਉਹਨਾਂ ਨੂੰ ਆਵਾਗਾਉਣ ਤੋਂ ਬਚਾਇਓ। ਆਪਣੇ ਵੱਡਿਆਂ ਦਾ ਇਹ ਰਿਣ ਹੈ ਸਾਡੇ ਸਿਰ ਤੇ, ਉਹਨਾਂ ਦਾ ਇਹ ਰਿਣ ਹੈ ਕਿ ਉਹਨਾਂ ਦੇ ਨਿਮਿਤ ਅਰਦਾਸ ਕਰਨੀ, ਵੱਡਿਆਂ ਦਾ ਪਾਠ ਕਰਾ ਕੇ, ਵੱਡਿਆਂ ਨਿਮਿਤ ਕੋਈ ਕਰਮ ਕਰਕੇ, ਜਾਂ ਲੰਗਰ ਲਾ ਕੇ, ਜਾਂ ਪੰਜ ਸਿੰਘਾਂ ਨੂੰ ਭੋਜਨ ਛਕਾ ਕੇ, ਜਾਂ ਅਖੰਡ ਪਾਠ ਸਾਹਿਬ, ਜੋ ਜੋ ਜਥਾ ਜਥਾ ਕਿਸੇ ਦਾ ਬਿੱਤ ਹੈ, ਉਹਨਾਂ ਨਿਮਿਤ ਅਰਦਾਸ ਕਰਾਉਣੀ ਜਾਂ ਕਰਨੀ ਕਿ ਮਹਾਰਾਜ ਉਹਨਾਂ ਦੀਆਂ ਭੁੱਲਾਂ ਚੁੱਕਾਂ ਨਾ ਚਿਤਾਰਿਓ, ਆਵਾਗਾਉਣ ਤੋਂ ਬਚਾਇਓ, ਉਹਨਾਂ ਨੂੰ ਭਟਕਣ ਤੋਂ ਬਚਾਇਓ। ਹਾਂਜੀ, 29ਵੀਂ ਹੁਣ 29ਵੀਂ ਅਰਦਾਸ ਦੱਸਦੇ ਨੇ, ਮਨ ਸ਼ੇਰ ਵਸ ਸਤਿਗੁਰ ਬਖਸ਼। 29ਵੀਂ ਅਰਦਾਸ ਜਦੋਂ ਮਨ ਕਾਬੂ ਨਾ ਆਵੇ ਨਾ, ਉਦੋਂ ਅਰਦਾਸ ਕਰੇ, ਮਹਾਰਾਜ ਮੇਰਾ ਇਹ ਮਨ ਸ਼ੇਰ ਹੈ, ਮੇਰੇ ਵਸ ਆ ਜਾਏ। ਮਨ ਸ਼ੇਰ ਵਸ, ਮਨ ਨੂੰ ਵਸ ਕਰਨ ਦੀ ਅਰਦਾਸ। ਮਹਾਰਾਜ ਇਹ ਮਨ ਵਸ ਤਾਂ ਆਉਂਦਾ ਜੇ ਤੁਹਾਡੀ ਕਿਰਪਾ ਹੋਵੇ, ਤੁਹਾਡੀ ਦਇਆ ਤੋਂ ਬਿਨਾਂ ਨਹੀਂ ਇਹ ਮਨ ਵਸ ਚ ਆਉਂਦਾ। ਮਹਾਰਾਜ ਤਰਸ ਕਰੋ, ਇਹ ਮਨ ਸ਼ੇਰ ਹੈ, ਮੇਰਾ ਇਹਦੇ ਅੱਗੇ ਜ਼ੋਰ ਨਹੀਂ ਚੱਲਦਾ, ਖਿੱਚੀ ਫਿਰਦਾ ਮੈਨੂੰ। ਤੇ ਜਦੋਂ ਅਰਦਾਸ ਕਰੀਦੀ ਆ ਫਿਰ ਕੀ ਹੁੰਦਾ? ਪਾਤਸ਼ਾਹ ਕਹਿੰਦੇ ਸਿੰਘ ਬਿਲਾਈ ਹੋਏ ਗਇਓ, ਤ੍ਰਿਣ ਮੇਰ ਦਖੀਤਾ ਸਿੰਘ ਬਿਲਾਈ ਹੋਏ ਗਇਓ। ਸਿੰਘ ਨਾਮ ਸ਼ੇਰ ਦਾ, ਬਿਲਾਈ ਨਾਮ ਬਿੱਲੀ ਦਾ। ਕਹਿੰਦੇ ਜਿਹੜਾ ਇਹ ਮਨ ਸ਼ੇਰ ਵਾਂਗੂ ਹੁੰਦਾ ਨਾ, ਫਿਰ ਭਿੱਜੀ ਬਿੱਲੀ ਵਾਂਗੂ ਐਨ ਟਿਕ ਕੇ ਬਹਿ ਜਾਂਦਾ ਹੈ। ਬਿਲਾਈ ਨਾਮ ਬਿੱਲੀ ਦਾ, ਜਿਵੇਂ ਬਿੱਲੀ ਭਿੱਜੀ ਜੀ ਹੋਵੇ ਨਾ, ਉਹ ਇਕੱਠੀ ਜੀ ਸੁੰਗੜ ਜੀ ਇੱਕ ਜਗ੍ਹਾ ਤੇ ਬਹਿ ਜਾਂਦੀ ਟਿਕ ਕੇ, ਫਿਰ ਨਹੀਂ ਹਿੱਲਦੀ ਜੁੱਲਦੀ। ਇਸੇ ਤਰ੍ਹਾਂ ਇਹ ਮਨ ਸ਼ੇਰ ਹੈ, ਮਹਾਰਾਜ ਇਹ ਮੇਰੇ ਵੱਸ ਆ ਜਾਏ। ਉਦੋਂ ਅਰਦਾਸ ਕਰੇ, ਆਤਮ ਜਣਾ ਸਗਲ ਬਸ ਤਾਕੈ, ਜਾ ਕਾ ਸਤਿਗੁਰ ਪੂਰਾ। ਆਤਮ ਨਾਮ ਹੈ ਮਨ ਦਾ। ਮਨ ਉਹ ਜਿੱਤਦੇ ਨੇ ਜਿਨ੍ਹਾਂ ਦੇ ਪੂਰੇ ਸਤਿਗੁਰੂ ਜੀ ਹਨ। ਹਾਂਜੀ, ਦੋਹਰਾ ਊਕ ਪਿਆਸ ਸਗਰੀ ਟਰੀ, ਸਤਿਗੁਰ ਪੂਰੀ ਪਾਏ।
ਫਿਰ 30ਵੀਂ ਅਰਦਾਸ ਵਿਹਾਰ ਬਿਰਧੀ ਲਈ ਅਰਦਾਸ ਕਰੋ ਕਿ ਮਹਾਰਾਜ ਭੁੱਖ ਪਿਆਸ ਸਾਰੀ ਟਲੀ ਰਹੇ ਤੇ ਸਤਿਗੁਰੂ ਜੀ ਮੇਰੀ ਪੂਰੀ ਪਾਓ, ਯਾਨੀ ਕਿ ਜਿਹੜਾ ਮੈਂ ਕੰਮ ਕਰ ਰਿਹਾ ਇਹਦੇ 'ਚ ਮੈਨੂੰ ਕਾਮਯਾਬੀਆਂ ਬਖਸ਼ੋ। ਇਹ 30ਵੀਂ ਅਰਦਾਸ ਕਿ ਮਹਾਰਾਜ ਮੇਰੀ ਭੁੱਖ ਪਿਆਸ ਟਲੀ ਰਹੇ। ਮਹਾਰਾਜ ਜਿਹੜਾ ਕਾਰਜ ਜਿਹੜਾ ਕੰਮ, ਚਾਹੇ ਉਹ ਦੁਕਾਨਦਾਰੀ ਦਾ ਚਾਹੇ ਨੌਕਰੀ ਦਾ, ਮਹਾਰਾਜ ਇਹਦੇ 'ਚ ਮੈਨੂੰ ਕਾਮਯਾਬੀ ਬਖਸ਼ੋ। ਹਾਂਜੀ। 30 ਕਈ ਅਰਦਾਸ ਗੁਰ ਸੁਨੇ ਸਿੱਖ ਚਿਤ ਲਾਏ। ਇਹ 30 ਅਰਦਾਸਾਂ ਇੱਥੋਂ ਤੱਕ ਮਹਾਰਾਜ ਜੀ ਕਹਿੰਦੇ ਅਸੀਂ ਕਹਿ ਦਿੱਤੀਆਂ ਨੇ। ਹੇ ਸਿੱਖੋ ਚਿਤ ਲਾ ਕੇ ਸੁਣੋ। ਇਹ ਅਰਦਾਸਾਂ ਤੁਹਾਡੇ ਜੀਵਨ ਦਾ ਅਮੋਲਕ ਗਹਿਣਾ ਹਨ। ਇਹ ਅਨਿਖੜਵਾਂ ਅੰਗ ਹੈ ਗੁਰਸਿੱਖ ਦੇ ਜੀਵਨ ਦਾ। ਕਿਸ ਵੇਲੇ ਕੀ ਅਰਦਾਸ ਕਰਨੀ ਹੈ, ਕਿਵੇਂ ਕਰਨੀ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਧਿਆਨ ਨਾਲ ਗਹੁ ਨਾਲ ਸੁਣ ਲਵੋ। ਇਹ 30 ਅਰਦਾਸਾਂ ਇੱਥੇ ਤੱਕ ਗਿਣੀਆਂ ਹਨ। ਸੁਨੇ ਸਿੱਖ ਚਰਨੀ ਲਗਾ ਗੁਰੂ ਕਾਏ ਹੁਲਸਾਏ। ਸਤਿਗੁਰੂ ਜੀ ਬੜੇ ਆਨੰਦ ਨਾਲ ਦੱਸ ਰਹੇ ਨੇ ਤੇ ਬਿਸੰਬਰ ਦਾਸ ਸੁਣ ਸੁਣ ਕੇ ਚਰਨੀ ਲੱਗਦਾ। ਜਿਵੇਂ ਜਿਵੇਂ ਮਹਾਰਾਜ ਜੀ ਦੱਸਦੇ ਆ ਨਾ, ਬਿਸੰਬਰ ਦਾਸ ਝੁਕ ਨਾਲ ਹੀ ਬੈਠਾ ਹੈ ਚਰਨਾਂ ਦੇ, ਨਾਲ ਹੀ ਚਰਨ ਫੜ ਲੈਂਦਾ। ਮਹਾਰਾਜ ਹੋਰ ਦੱਸੋ, ਹੋਰ ਕਿਰਪਾ ਕਰੋ ਮਹਾਰਾਜ, ਹੋਰ ਰੀਝੋ। ਜਿਵੇਂ ਜਿਵੇਂ ਸਤਿਗੁਰੂ ਬੜੇ ਆਨੰਦ ਨਾਲ, ਜਿੰਨੇ ਪਿਆਰ ਨਾਲ ਸੁਣਦੇ ਆ ਕੋਈ ਸਤਿਗੁਰੂ ਓਨੇ ਹੀ ਆਨੰਦ ਨਾਲ ਦੱਸਦੇ ਆ। ਹਾਂਜੀ। ਜੋੜੀ ਅਚਲ ਬਰ ਨਾਰ ਕੀ ਕਹੋ ਸਿੱਖ ਸਮਝਾਏ। ਕਹਿੰਦੇ ਹੈ ਇਸਤਰੀਆਂ ਤੇ ਪੁਰਖਾਂ ਦੀ ਉਹ ਜੋੜਿਓ, ਯਾਨੀ ਕਿ ਸਿੱਖ ਸਿੱਖਣੀਓ ਸਾਰੇ ਧਿਆਨ ਨਾਲ ਸੁਣੋ। ਇਸ ਅਚਲ ਖੇਡ ਨੂੰ ਸੁਣੋ। ਹੀਲਾ ਨਸ ਹੈ ਬਹਾਲ ਬਨ ਹੈ ਅੰਨ ਪਤ ਪਚ ਜਾਏ। ਜਦੋਂ ਕੋਈ ਹੀਲਾ ਨਾ ਬਣੇ, ਸਾਰੇ ਹਿੱਲੇ ਨਸ। 31ਵੀਂ ਅਰਦਾਸ ਇਹ ਕਰੇ। ਕਿਹੜੀ? ਜਦੋਂ ਹੀਲਾ ਅੰਨ ਪਤ ਪਚਦਾ ਨਾ ਹੋਵੇ, ਭੋਜਨ ਖਾਂਦਾ ਹੋਵੇ, ਸਰੀਰ ਨੂੰ ਲੱਗਦਾ ਨਾ ਹੋਵੇ, ਨਾ ਰੋਗ ਦਾ ਪਤਾ ਲੱਗੇ ਨਾ ਬਿਮਾਰੀ ਦਾ ਪਤਾ ਲੱਗੇ, ਪਰ ਅੰਨ ਪਚੇ ਹੀ ਨਾ, ਉਦੋਂ ਅਰਦਾਸ ਕਰੇ ਮਹਾਰਾਜ ਇਹ ਅੰਨ ਪਥ ਪਚ ਜਾਵੇ। ਹੀਲਾ ਬਣਾਓ। ਕਿਸੇ ਵੈਦ ਦੇ ਦਿਮਾਗ ਦੇ ਵਿੱਚ ਪਾ ਦਿਓ ਖੇਡ, ਉਹਨੂੰ ਸਮਝ ਪਵੇ ਵੀ ਇਹਨੂੰ ਬਿਮਾਰੀ ਕੀ ਹੈ। ਨਹੀਂ ਤਾਂ ਉਹ ਟੈਸਟ ਕਰੀ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਕੀ ਬਿਮਾਰੀ ਹੈ, ਸੁਝਦਾ ਹੀ ਨਹੀਂ। ਕਿਸੇ ਦੂਜੇ ਡਾਕਟਰ ਕੋਲ ਜਾਂਦੇ, ਉਹਨੂੰ ਪਰਮੇਸ਼ਰ ਮੱਤ ਦੇ ਦਿੰਦਾ, ਉਹਦੇ ਸਮਝ ਆ ਜਾਂਦਾ ਵੀ ਆਹ ਪਕੜ। ਇੱਕ ਨੂੰ ਨਹੀਂ ਆਈ ਦੂਜੇ ਨੂੰ ਆ ਗਈ। ਪਹਿਲਾਂ ਹੀ ਅਰਦਾਸ ਕਰਕੇ ਟੁਰੇ। ਮਹਾਰਾਜ ਹੀਲਾ ਬਣਾਓ ਆਪ ਜੀ, ਕਿਰਪਾ ਕਰਕੇ ਆਪ ਜੀ ਤਰਸ ਕਰੋ ਵੀ ਇਹ ਅੰਨ ਜਿਹੜਾ ਹੈ ਇਹ ਸਰੀਰ ਨੂੰ ਪਚ ਜਾਵੇ। ਇਹ 31ਵੀਂ ਅਰਦਾਸ ਹੈ। ਦੁਸ਼ਟ ਖਪੇ। 32ਵੀਂ ਅਰਦਾਸ ਦੁਸ਼ਟ ਖਪੇ। ਮੰਨ ਲਓ ਕਿਸੇ ਜਰਵਾਣੇ ਨਾਲ ਜੰਗ ਹੋ ਗਿਆ, ਯੁੱਧ ਹੋ ਗਿਆ, ਪਤਾ ਵੀ ਹੁਣ ਹੋਣਾ ਹੈ, ਪਤਾ ਲੱਗ ਜਾਂਦਾ ਪਹਿਲਾਂ। ਅਰਦਾਸ ਕਰੇ ਮਹਾਰਾਜ ਇਹ ਦੁਸ਼ਟ ਖਪ ਜਾਵੇ। ਜਿਹਦੇ ਨਾਲ ਲੜਾਈ ਹੋਣ ਲੱਗੇ ਪਹਿਲਾਂ ਹੀ ਅਰਦਾਸ, ਮਹਾਰਾਜ ਇਹ ਦੁਸ਼ਟ ਖਪ ਜਾਵੇ, ਤੁਸੀਂ ਆਪ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ। ਸਾਇਆ ਭਗੇ। 33ਵੀਂ ਅਰਦਾਸ ਅਚਾਨਕ ਕੋਈ ਸਰੀਰ ਤੇ ਬਦ ਸਾਇਆ ਆਣ ਪਿਆ। ਜਦੋਂ ਕਹਿੰਦੇ ਨਾ ਆ ਬਾਹਰੀ ਹਵਾ ਆ ਗਈ, ਉਪਰੀ ਕਈ ਤਾਂ ਪਖੰਡੀ ਕਰਦੇ ਹੁੰਦੇ ਆ ਜਾਣ ਬੁੱਝ ਕੇ, ਪਰ ਇਹ ਵਰਤਦੀ ਵੀ ਆ ਖੇਡ, ਕਈਆਂ ਨਾਲ ਹੁੰਦੀ ਵੀ ਆ। ਤੇ ਜੇ ਐਸਾ ਹੋ ਜਾਵੇ ਕਿਸੇ ਨਾਲ ਵੀ ਉਪਰੀ ਸ਼ੈ, ਮੰਨ ਲਓ ਕੋਈ ਕਹਿੰਦਾ ਨਾ, ਮਨ ਕਿਸੇ ਦੀ ਮਾਨਸਿਕ ਧਾਰਨਾ ਬਣੀ ਹੁੰਦੀ ਹੈ ਵੀ ਸਾਨੂੰ ਜੀ ਕੋਈ ਉਪਰੀ ਚੀਜ਼ ਹੈ, ਫਿਰ ਉਹ ਕੀ ਕਰਦੇ ਆ, ਉਹਦੇ ਤੋਂ ਬਚਣ ਵਾਸਤੇ ਆ ਪਖੰਡੀਆਂ ਪਿੱਛੇ ਟੁਰ ਪੈਂਦੇ। ਉਹਨਾਂ ਬਾਬਿਆਂ ਦੇ ਕੋਲ, ਪਖੰਡੀਆਂ ਕੋਲ ਜਾ, ਉਹ ਫਿਰ ਚੰਗੀ ਤਰ੍ਹਾਂ ਦੱਸਦੇ ਨੇ ਉਪਰੀ ਸ਼ੈ ਕਿਹੜੀ ਹੈ। ਉਹ ਤਾਂ ਤੁਹਾਡਾ ਹੀ ਬਜ਼ੁਰਗ ਹੈ ਜੀ, ਉਹਦਾ ਕੋਈ ਪੁਰਾਣਾ, ਉਹ ਕੁਆਰਾ ਮਰ ਗਿਆ ਸੀ, ਤੁਹਾਡੇ ਟੱਬਰ ਚ ਕੋਈ ਹੈ ਸੀ ਐਸਾ? ਪੁੱਛਦੇ ਵੀ ਸਾਨੂੰ ਤਾਂ ਨਹੀਂ ਪਤਾ। ਫਿਰ ਜਾ ਕੇ ਪੁਰਾਣੇ ਬੁੜੇ ਨੂੰ ਪੁੱਛਦੇ ਕਿਸੇ ਨੂੰ, ਫਿਰ ਉਹ ਦੱਸਦਾ ਹਾਂ ਜਦੋਂ ਪਾਕਿਸਤਾਨੋਂ ਆਏ ਸੀ ਨਾ, ਹੱਲਿਆਂ ਦਾ ਵੇਲਾ ਸੀ, ਉਦੋਂ ਇੱਕ ਸਾਡਾ ਨੌਜਵਾਨ ਮਰਿਆ ਸੀ, ਕੁਆਰਾ ਹੀ ਸੀ ਉਹ। ਤੇ ਸੁਭਾਵਕ ਇਦਾਂ ਦਾ ਕਿਤੇ ਨਾ ਕਿਤੇ ਹਰ ਪਰਿਵਾਰ ਦੇ ਵਿੱਚ ਜਿਹੜੇ ਉਧਰੋਂ ਆਏ ਆ ਉਹ ਬਣਿਆ ਹੀ ਹੁੰਦਾ। ਬਸ ਉਹੀ ਹੈ ਜੀ, ਕਰੋ ਜੀ ਹਿੱਲਾ। ਹੁਣ ਕੀ ਹਿੱਲਾ ਹੈ ਜੀ? ਆਹ ਪਖੰਡ ਕਰੋ, ਆਹ ਵੀ ਕਰੋ, ਉਹ ਵੀ ਕਰੋ। ਬਹਿ ਕੇ ਚੌਂਕ 'ਚ ਨਹਾਓ, ਨਾਰੀਅਲ ਫੜੋ, ਉਹਦੇ ਤੇ ਮੋਲੀ ਲਪੇਟ। ਕਦੇ ਚਰਸਤਿਆਂ 'ਚ ਲੰਘੀਦਾ ਨਾ,
ਕਈ ਵਾਰੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਹੀ ਪਏ ਹੁੰਦੇ ਆ ਰਸਤੇ ਦੇ ਵਿੱਚ ਉਹ ਚੀਜ਼ਾਂ। ਇਹੋ ਜਿਹੇ ਪਖੰਡਾਂ 'ਚ ਪਏ ਰਹਿੰਦੇ ਆ। ਸਿੱਖ ਨਹੀਂ ਪੈਂਦਾ ਜੇ ਕਿਸੇ ਤੇ ਮੰਨ ਲਓ ਕਿਸੇ ਨੂੰ ਮਨ ਏਦਾਂ ਮਾਨਸਿਕ ਧਾਰਨਾ ਬਣ ਗਈ ਵੀ ਓਪਰੀ ਸ਼ੈ ਆ ਗਈ, ਅਰਦਾਸ ਕਰੇ ਮਹਾਰਾਜ ਇਹ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਤੁਹਾਡੇ ਹੁਕਮ 'ਚ ਨੇ, ਬਚਾਓ ਇਹਨਾਂ ਤੋਂ, ਰੱਖਿਆ ਕਰੋ। ਤੇ ਜਦੋਂ ਏਦਾਂ ਅਰਦਾਸ ਕਰਦਾ ਨਾ ਸਿੱਖ ਤੇ ਫਿਰ ਕੀ ਹੁੰਦਾ ਸੁਣੋ। ਪਰੇ ਸ਼ਹੀਦੀ ਤਾਏ, ਤੇਰੇ ਸ਼ਹੀਦਾਂ ਦੀਆਂ ਫੌਜਾਂ ਹਾਜ਼ਰ ਹੋ ਜਾਂਦੀਆਂ ਤੇ ਉਹ ਬੁਰੇ ਸਾਇਆਂ ਨੂੰ ਭਾਜੜਾਂ ਪੈ ਜਾਂਦੀਆਂ। ਸ਼ਹੀਦੀ ਫੌਜ ਹਾਜ਼ਰ ਹੋ ਜਾਂਦੀ ਜਦੋਂ ਅਰਦਾਸ ਕਰਦੇ। ਹੁਣ ਜਾਂ ਤਾਂ ਸ਼ਹੀਦਾਂ ਦੀ ਮਦਦ ਲੈ ਲਓ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ, ਜਾਂ ਫਿਰ ਆ ਜਿਹੜੇ ਪਖੰਡੀ ਦੁਕਾਨਾਂ ਖੋਲੀ ਬੈਠੇ ਸਿਰ ਮਾਰਨ ਵਾਲੇ ਇਹਨਾਂ ਦੀ ਮਦਦ ਲੈ ਲਓ। ਹੁਣ ਇਹ ਨਿਰਭਰ ਤੁਹਾਡੇ ਤੇ ਹੈ ਵੀ ਜਾਂ ਆਪਣੇ ਬਾਬਿਆਂ ਦਾ ਸਾਥ ਲੈਣਾ। ਕਿਹੜੇ ਬਾਬੇ? ਬਾਬਾ ਜੋਰਾਵਰ ਸਿੰਘ ਦੇ, ਬਾਬਾ ਫਤਿਹ ਸਿੰਘ ਦਾ, ਬਾਬਾ ਦੀਪ ਸਿੰਘ ਜੀ ਦਾ, ਅਕਾਲੀ ਬਾਬਾ ਫੂਲਾ ਸਿੰਘ ਜੀ ਦਾ, ਅਕਾਲੀ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ, ਅਕਾਲੀ ਬਾਬਾ ਨੈਣਾ ਸਿੰਘ ਜੀ ਦਾ। ਕਿਤਨੇ ਮਹਾਂਪੁਰਸ਼ ਹੋਏ ਸਾਡੇ ਪੰਥ ਵਿੱਚ, ਕਿੰਨੇ ਸ਼ਹੀਦ ਹੋਏ। ਬਾਬਾ ਨੋਦ ਸਿੰਘ ਜੀ ਨੇ, ਭਾਈ ਤਾਰੂ ਸਿੰਘ, ਇਹ ਸਾਡੇ ਸਾਰੇ ਬਾਬੇ ਨੇ। ਉਹਨਾਂ ਨੂੰ ਅਰਦਾਸ ਕਰੋ। ਫਿਰ ਇਹ ਬੁਰੇ ਸਾਏ ਜਿਹੜੇ ਨੇ ਇਹ ਚਲੇ ਜਾਂਦੇ। ਇਹ 33ਵੀਂ ਅਰਦਾਸ ਦੱਸੀ ਹੈ ਮਹਾਰਾਜ ਜੀ ਨੇ। ਇਹ ਉਸ ਵੇਲੇ ਹੁੰਦੀ ਜਦੋਂ ਤਕਰੀਬਨ ਬਹੁਤ ਸਾਰੇ ਮੈਨੂੰ ਵੀ ਮਿਲਦੇ ਜੀ ਕੀ ਕਰੀਏ ਜੀ, ਕੋਈ ਲੱਗਦਾ ਜੀ ਓਪਰੀ ਸ਼ੈ, ਮੈਨੂੰ ਤਾਂ ਦਿਸਦੀ ਨਹੀਂ ਭਾਈ, ਮਹਾਰਾਜ ਜੀ ਅੱਗੇ ਅਰਦਾਸ ਕਰ ਲਓ। ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹ ਮੇਰੇ ਬਾਬੇ ਨੇ ਵੀ ਚੋਲਾ ਪਾਇਆ, ਗਿਆਨੀ ਜੀ ਨੇ ਵੀ ਸ਼ਾਇਦ ਇਹ ਵੀ ਕਰਦੇ ਹੋਣਗੇ ਕੋਈ ਇਦਾਂ ਦਾ ਕੋਈ ਜਲ ਜੁਲ ਜਿਹਾ ਬਣਾ ਕੇ। ਜਦੋਂ ਮੈਂ ਨਵਾਂ ਆਇਆ ਉਦੋਂ ਬੜੇ ਆਇਆ ਕਰਨ, ਮੈਂ ਸਰੋਵਰ ਭਰਿਆ ਪਿਆ, ਜਿੰਨਾ ਮਰਜ਼ੀ ਭਰ ਕੇ ਲੈ ਜਾਓ, ਬਾਲਟੀ ਹੀ ਲਾਇਆ ਜੋ। ਜੇ ਬਾਲਟੀ ਨਾਲ ਨਹੀਂ ਤਸੱਲੀ ਹੁੰਦੀ 500 ਲੀਟਰ ਦੀ ਟੈਂਕੀ ਲੈ ਜਾਓ ਭਰ ਕੇ। ਵੀ ਇਹਦੇ ਤੋਂ ਵੱਡਾ ਜਲ ਕਿਹੜਾ ਹੋਰ ਤੁਹਾਨੂੰ ਮਿਲਣਾ ਜਿਹੜਾ ਕਿਸੇ ਬਾਬੇ ਨੇ ਫੂੰਕਾ ਮਾਰ। ਕਹਿਣ ਤੋਂ ਭਾਵ ਲੋਕਾਂ ਦੀ ਮਾਨਸਿਕਤਾ ਬਣੀ ਹੁੰਦੀ ਹੈ ਵੀ ਉਹ ਕਿਸੇ ਪਖੰਡੀ ਜੇ ਦੇਹਧਾਰੀ ਜੀ ਨੇ ਕਹਿ ਦਿੱਤਾ ਵੀ ਇਦਾਂ, ਉੱਥੇ ਹੀ ਚਿੱਟੇ ਗਏ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ? ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲੱਗੈ। ਜਿਹੜਾ ਗੁਰੂ ਸ਼ਰਨ ਚ ਆ ਜਾਏ, ਗੁਰੂ ਦੀ ਪਨਾਹ ਚ ਆ ਜਾਏ, ਉਹ ਅਰਦਾਸ ਕਰੇ। ਕੋਈ ਸਮੱਸਿਆ ਬਣੇ ਅਰਦਾਸ ਕਰਨੀ ਸਤਿਗੁਰਾਂ ਨੂੰ। ਕੋਈ ਵੀ ਜੀਵਨ ਵਿੱਚ 101 ਅਰਦਾਸ ਤੋਂ ਵੀ ਵੱਧ ਅਰਦਾਸਾਂ ਨੇ। ਇਹ ਤਾਂ 101 ਮਹਾਰਾਜ ਜੀ ਨੇ ਦੱਸ ਦਿੱਤੀਆਂ ਨੇ ਮੁੱਖ, ਇੱਥੇ ਖਤਮ ਨਹੀਂ ਹੋ ਗਈਆਂ। ਜੀਵਨ ਵਿੱਚ ਕਿਸੇ ਮੋੜ ਤੇ ਕਦੇ ਵੀ ਕੋਈ ਵੀ ਸਮੱਸਿਆ ਆ ਜਾਏ, ਗੁਰੂ ਅੱਗੇ ਅਰਦਾਸ ਕਰੇ, ਮਹਾਰਾਜ ਸਾਨੂੰ ਨਹੀਂ ਪਤਾ ਕੀ ਕਰੀਏ, ਕਿਰਪਾ ਕਰੋ। ਇਦਾਂ ਦਾ ਜੇ ਮੰਨ ਲਓ ਕਿਸੇ ਦੀ ਧਾਰਨਾ ਬਣ ਗਈ ਪਰਿਵਾਰ, ਕਈ ਤਾਂ ਉਦਾਂ ਹੀ ਵਹਿਮ ਚੁੱਕੀ ਫਿਰਦੇ, ਹੁੰਦਾ ਕੁਝ ਨਹੀਂ, ਵਹਿਮ ਹੀ ਚੁੱਕੀ ਫਿਰਦੇ ਹੁੰਦੇ ਆ ਜੀ ਸਾਡੇ ਘਰ ਕੋਈ ਓਪਰੀ ਸ਼ੈ, ਤੇ ਓਪਰੀ ਸ਼ੈ ਤੇ ਫਿਰ ਅਰਦਾਸ ਕਰੋ ਮਹਾਰਾਜ ਜੀ ਦੇ ਚਰਨਾਂ 'ਚ। ਸ਼ਹੀਦਾਂ ਦੀਆਂ ਫੌਜਾਂ ਮਹਾਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹ ਹਾਜ਼ਰ ਹੋ ਜਾਂਦੀਆਂ। ਇਹ 33 ਅਰਦਾਸਾਂ ਇੱਥੇ ਸਮਾਪਤ ਹੋਈਆਂ। ਅਰਦਾਸਾਂ ਦਾ ਜ਼ਿਕਰ ਅੱਗੇ ਚੱਲ ਰਿਹਾ ਹੈ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਬੋਲਦਿਆਂ ਕਥਾ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਖਿਮਾ ਕਰ ਦਿਓ। ਬੇਨਤੀ ਹੈ ਕਿ 17 ਤਰੀਕ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਲੜੀਵਾਰ ਕਥਾ ਜੋ ਚੱਲ ਰਹੀ ਉਸ ਦਾ ਮੱਧ ਲੱਗ ਰਿਹਾ ਹੈ। ਤਕਰੀਬਨ 11.5 ਸਾਲ ਬਾਅਦ ਮਹਾਰਾਜ ਜੀ ਦੀ ਪਾਵਨ ਕਥਾ ਦਾ ਮੱਧ ਲੱਗ ਰਿਹਾ ਹੈ। ਬੜਾ ਵੱਡਾ ਸਤਿਗੁਰਾਂ ਦਾ ਪਰਉਪਕਾਰ ਹੈ। 17 ਤਰੀਕ ਕੱਤਕ ਦੀ ਸਕਰਾਂਤ ਦਾ ਦਿਨ ਹੈ, ਸ਼ਨੀਵਾਰ ਹੈ। ਸਵੇਰ ਸਵੇਰੇ 7 ਵਜੇ ਤੋਂ 8 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ, ਕਥਾ ਹੋਵੇਗੀ ਮਹਾਰਾਜ ਜੀ ਦੀ ਪਾਵਨ ਬਾਣੀ ਦੀ, ਮਹੀਨੇ ਦੀ ਕਥਾ ਹੋਵੇਗੀ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਹਨ। ਜੋ ਟੀਵੀ ਰਾਹੀਂ ਘਰਾਂ ਵਿੱਚ ਬੈਠੇ ਸੁਣਦੇ ਹਨ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਕਿ 17 ਤਰੀਕ ਨੂੰ ਸੁਬਾਹ ਅੰਮ੍ਰਿਤ ਵੇਲੇ 7 ਤੋਂ 8 ਵਜੇ ਆਪ ਜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹਾਜ਼ਰੀਆਂ ਭਰੋ। ਪਰਿਵਾਰਾਂ ਸਮੇਤ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਬੇਨਤੀ ਪ੍ਰਬੰਧਕਾਂ ਵੱਲੋਂ, ਦਾਸ ਵੱਲੋਂ ਆਪ ਸਾਰੀ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਬਬੇਦ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।